ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ। ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਕਰਾਂਗਾ। ਅੱਜ ਤੋਂ ਠੀਕ 1 ਸਾਲ ਪਹਿਲਾਂ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਕਤਲ ਕਰਤਾ ਗਿਆ ਸੀ ਤੇ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਦੇ ਸਭ ਤੋਂ ਵੱਡੇ ਹੱਤਿਆ ਕਾਂਡ ਦੇ ਰੂਪ ਵਿੱਚ ਬੀਤੇ 25-30 ਸਾਲਾਂ ਦੇ ਸਭ ਤੋਂ ਵੱਡੇ ਮਰਡਰ ਕੇਸ ਦੇ ਰੂਪ ਵਿੱਚ ਇਸ ਮਾਮਲੇ ਨੂੰ ਵੇਖਿਆ ਜਾਏ ਤਾਂ ਉਸ ਵਿੱਚ ਕੋਈ ਐਗਜ਼ੈਜਰੇਸ਼ਨ ਕੋਈ ਅਤਕਥਨੀ ਨਹੀਂ ਹੋਏਗੀ। ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਮੀ ਸਿੰਗਰ ਜਿਸ ਦੀ ਮੌਤ ਦੇ 1 ਸਾਲ ਬੀਤਣ ਤੋਂ ਬਾਅਦ ਵੀ ਉਸ ਦੇ ਮਾਪੇ ਉਸ ਦੇ ਫੈਨ ਅੱਜ ਸੰਤੁਸ਼ਟ ਨਹੀਂ ਹੈਗੇ ਨੇ। ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਵੀ ਇਨਵੈਸਟੀਗੇਸ਼ਨ ਹੋਈ ਅੱਜ ਵੀ #ਜਸਟਿਸ ਫॉर ਸਿੱਧੂ ਮੂਸੇਵਾਲਾ ਉਵੇਂ ਹੀ ਟ੍ਰੈਂਡ ਕਰ ਰਿਹਾ ਜਿਵੇਂ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਉਸਨੇ ਟ੍ਰੈਂਡ ਕਰਨਾ ਸ਼ੁਰੂ ਕੀਤਾ ਸੀ। ਉਸ ਵਕਤ ਜਦੋਂ ਕਿ ਦਰਜਨਾਂ ਦੀ ਗਿਣਤੀ ਦੇ ਵਿੱਚ ਗੈਂਗਸਟਰ ਸ਼ੂਟਰਸ ਜੇਲ੍ਹਾਂ ਦੇ ਵਿੱਚ ਨੇ, ਕਈਆਂ ਨੇ ਜੇਲ੍ਹਾਂ ਦੇ ਵਿੱਚ ਆਪਸ ਦੇ ਵਿੱਚ ਹੀ ਇੱਕ ਦੂਸਰੇ ਨੂੰ ਮਾਰ ਮੁਕਾਇਆ ਤੇ ਕਈਆਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਵੀ ਮਾਰਤਾ ਗਿਆ। ਇਹ ਸਭ ਦੇ ਚੱਲਦਿਆਂ ਹੋਇਆਂ ਵੀ ਕਿਉਂ ਪਰਿਵਾਰ ਸਿੱਧੂ ਮੂਸੇਵਾਲੇ ਦਾ ਅੱਜ ਖੁਸ਼ ਨਹੀਂ ਹੈ, ਸੰਤੁਸ਼ਟ ਨਹੀਂ ਹੈ। ਉਸਦੇ ਫੈਨਸ ਇਸ ਗੱਲ ਤੋਂ ਨਾਮੋਸ਼ ਨੇ, ਨਾਰਾਜ਼ ਨੇ। ਇਹ ਜਿਹੜੀ ਨਾਰਾਜ਼ਗੀ ਕਿੰਨੀ ਕੁ ਜਾਇਜ਼ ਹੈ ਜਾਂ ਕਿੰਨੀ ਕੁ ਵੈਲਿਡ ਹੈ, ਆਪਾਂ ਇਸ ਮੁੱਦੇ ਉੱਤੇ ਅੱਜ ਇਸ ਰਿਪੋਰਟ ਵਿੱਚ ਚਰਚਾ ਕਰਾਂਗੇ। ਸਮਝਣ ਦੀ ਕੋਸ਼ਿਸ਼ ਅੱਜ ਦੀ ਇਸ ਰਿਪੋਰਟ ਵਿੱਚ ਇਹ ਵੀ ਹੋਏਗੀ ਕਿ ਜੇ ਨਾਰਾਜ਼ਗੀ ਹੈ ਤਾਂ ਕਿਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ। ਸਰਕਾਰਾਂ ਨੇ, ਪੁਲਿਸ ਡਿਪਾਰਟਮੈਂਟ ਨੇ, ਏਜੰਸੀਆਂ ਨੇ ਕੀ ਆਪਣਾ ਕੰਮ ਨਹੀਂ ਕੀਤਾ ਜਾਂ ਉਹਨਾਂ ਨਹੀਂ ਕੀਤਾ ਜਿੰਨਾ ਕਿ ਉਹਨਾਂ ਤੋਂ ਆਸ ਕੀਤੀ ਜਾਣੀ ਚਾਹੀਦੀ ਸੀ ਕਿ ਸਿੱਧੂ ਮੂਸੇਵਾਲਾ ਦੇ ਫੈਨਸ ਹੋਣ ਦੇ ਨਾਤੇ ਜਾਂ ਬਹੁਤ ਸੇ ਅਜਿਹੇ ਲੋਕ ਜੋ ਕਿ ਹੁਣ ਇਮੋਸ਼ਨਲ ਲੈਵਲ ਉੱਤੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਨਾਲ ਜੁੜ ਗਏ ਨੇ, ਕੀ ਉਹ ਜ਼ਰੂਰਤ ਨਾਲੋਂ ਜ਼ਿਆਦਾ ਐਕਸਪੈਕਟ ਕਰ ਰਹੇ ਨੇ ਸਾਡੀ ਅਥਾਰਟੀਜ਼ ਤੋਂ, ਸਾਡੀਆਂ ਸਰਕਾਰਾਂ ਤੋਂ। ਇਹ ਸਾਰੀਆਂ ਗੱਲਾਂ ਬਾਤਾਂ ਨੂੰ ਅੱਜ ਆਪਾਂ ਇਸ ਰਿਪੋਰਟ ਦੇ ਵਿੱਚ ਵਿਚਾਰਾਂਗੇ। ਲੇਕਿਨ ਮੈਂ ਦੱਸਣਾ ਚਾਹਾਂਗਾ ਕਿ ਅੱਜ ਤੋਂ ਠੀਕ 1 ਸਾਲ ਪਹਿਲਾਂ 28 ਮਈ ਨੂੰ ਜਦੋਂ ਮੈਂ ਪਹਿਲੀ ਰਿਪੋਰਟ ਬਣਾਈ ਸੀ ਜਿਸ ਵਿੱਚ ਉਸ ਵਕਤ ਤਕਰੀਬਨ 420 VIPs ਦੀ ਸੁਰੱਖਿਆ ਨੂੰ ਵਿਡਰਾਅ ਕਰਨ ਦੇ ਮਾਮਲੇ ਉੱਤੇ ਰਿਪੋਰਟ ਕੇਂਦਰਿਤ ਸੀ। ਇਸ ਰਿਪੋਰਟ ਦੇ ਪਬਲਿਕ ਹੋਣ ਤੋਂ ਕੁਝ ਹੀ ਘੰਟੇ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਜਦੋਂ ਕਰਤਾ ਗਿਆ, ਉਸ ਤੋਂ ਬਾਅਦ ਕੁਝ ਹੀ ਘੰਟਿਆਂ ਦੌਰਾਨ ਗੋਲਡੀ ਬਰਾੜ ਦਾ ਕਾਲ ਜਿਹੜਾ ਮੈਨੂੰ ਆਉਂਦਾ ਉਸ ਤੋਂ ਉਹ ਸਾਰੀਆਂ ਜਾਣਕਾਰੀਆਂ ਮੈਂ 29 ਮਈ ਦੀ ਆਪਣੀ ਰਿਪੋਰਟ ਵਿੱਚ ਸ਼ਾਮਲ ਕੀਤੀਆਂ। ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਜਿਹੜੀ ਇਸ ਕੇਸ ਦੇ ਵਿੱਚ ਬੀਤੇ 1 ਸਾਲ ਵਿੱਚ ਚੱਲੀ ਹੈ ਤੇ ਇੱਕ ਇਕੱਲੀ ਪੰਜਾਬ ਪੁਲਿਸ ਵੱਲੋਂ ਜਾਂ ਮਾਨਸਾ ਪੁਲਿਸ ਉਸਦੀ SIT ਦੀ ਇਨਵੈਸਟੀਗੇਸ਼ਨ ਨਹੀਂ ਹੈ ਬਲਕਿ ਇਸ ਦੇ ਵਿੱਚ ਦਿੱਲੀ ਪੁਲਿਸ ਤੇ ਦੇਸ਼ ਦੀਆਂ ਹੁਣ ਤਾਂ ਕੌਮੀ ਪੱਧਰ ਦੀਆਂ NIA ਵਰਗੀ ਏਜੰਸੀਜ਼ ਸ਼ਾਮਲ ਹੈਗੀਆਂ ਨੇ। ਜਿੰਨੀਆਂ ਗੱਲਾਂ ਬਾਤਾਂ ਜਾਂ ਜਿਹੜੇ ਵੀ ਫੈਕਟਸ ਆਪਾਂ 29 ਮਈ 2022 ਦੀ ਆਪਣੀ ਰਿਪੋਰਟ ਵਿੱਚ ਤੁਹਾਡੇ ਸਾਹਮਣੇ ਲਿਆਂਦੇ ਸੀ ਉਹ ਸਾਰੇ ਦੇ ਸਾਰੇ ਫੈਕਟਸ ਉੱਥੇ ਦੇ ਉੱਥੇ ਖੜੇ, ਉਹਨਾਂ ਦੇ ਵਿੱਚੋਂ ਕੋਈ ਵੀ ਫੈਕਟ ਹਲੇ ਲਾਰਜਲੀ ਡਿਸਪਿਊਟਡ ਨਹੀਂ ਹੈ। ਲਾਰੈਂਸ ਬਿਸ਼ਨੋਈ ਇਸ ਕੇਸ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਡੀਲਿੰਕ ਕਰੇਗਾ, ਕੋਰਟ ਦੇ ਵਿੱਚ ਉਹ ਕਿਸ ਤਰੀਕੇ ਦਾ ਸਟੈਂਡ ਲਏਗਾ, ਇਸ ਚੀਜ਼ ਦਾ ਇਸ਼ਾਰਾ ਮੈਂ 29 ਮਈ ਦੀ ਆਪਣੀ ਰਿਪੋਰਟ ਵਿੱਚ ਸਾਫ਼ ਕਰਤਾ ਸੀ। ਤੇ ਹੁਣ ਤੋਂ 2 ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ABP ਚੈਨਲ ਦੇ ਉਸ ਉੱਤੇ ਇੰਟਰਵਿਊ ਪ੍ਰਸਾਰਿਤ ਕੀਤੀ ਗਈ ਹੈ ਉਸ ਇੰਟਰਵਿਊ ਵਿੱਚ ਉਹੀ ਗੱਲਾਂ ਬਾਤਾਂ ਹੋਈਆਂ ਨੇ। ਲਾਰੈਂਸ ਬਿਸ਼ਨੋਈ ਆਪਣੇ ਆਪ ਨੂੰ ਇਸ ਕੇਸ 'ਚੋਂ ਬਹੁਤ ਹੀ ਚਲਾਕੀ ਦੇ ਨਾਲ ਕੱਢ ਕੇ ਲਿਜਾਂਦਾ ਹੋਇਆ ਨਜ਼ਰ ਆ ਰਿਹਾ ਹੈ, ਸਮਝ ਆ ਰਿਹਾ। ਬਹੁਤ ਸੇ ਲੋਕ ਇਸ ਇੰਟਰਵਿਊ ਨੂੰ ਇੰਟਰਪ੍ਰੇਟ ਕਰ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਨੇ ਆਪਣਾ ਕਬੂਲਨਾਮਾ ਦਿੱਤਾ ਹੈ। ਚੈਨਲ ਵੀ ਇਹੀ ਲਿਖ ਰਿਹਾ ਕਿ ਲਾਰੈਂਸ ਬਿਸ਼ਨੋਈ ਕਬੂਲ ਰਿਹਾ, ਲੇਕਿਨ ਲਾਰੈਂਸ ਬਿਸ਼ਨੋਈ ਕਬੂਲ ਨਹੀਂ ਰਿਹਾ। ਲਾਰੈਂਸ ਬਿਸ਼ਨੋਈ ਇਸ ਮਰਡਰ ਕੇਸ ਦੀ ਪੂਰੀ ਕੌਨਸਪੀਰੇਸੀ ਵਾਰਦਾਤ ਤੋਂ ਪਿੱਛੇ ਹਟ ਚੁੱਕਾ ਹੈ। ਹੀ ਹੈਜ਼ ਬੈਕਡ ਆਊਟ ਆਫ, ਜੇ ਤੁਸੀਂ ਕਾਨੂੰਨੀ ਅਦਾਲਤਾਂ ਦੀ ਭਾਸ਼ਾ ਐਵੀਡੈਂਸ ਜਦੋਂ ਵਕੀਲਾਂ ਨੇ ਤਕਰੀਰਾਂ ਕੋਰਟਸ ਦੇ ਵਿੱਚ ਕਰਨੀਆਂ ਨੇ ਉਸ ਵਕਤ ਜਦੋਂ ਤੁਸੀਂ ਇਹ ਗੱਲਾਂ ਬਾਤਾਂ ਨੂੰ ਦੁਬਾਰਾ ਰੀਵਿਜ਼ਿਟ ਕਰੋਗੇ ਤੁਹਾਨੂੰ ਕਲੀਅਰਲੀ ਸਮਝ ਆ ਜਾਏਗਾ ਕਿ ਲਾਰੈਂਸ ਬਿਸ਼ਨੋਈ ਨੇ ਸਾਰੀ ਦੀ ਸਾਰੀ ਗੱਲ ਗੋਲਡੀ ਬਰਾੜ ਉੱਤੇ ਪਾ ਕੇ ਖੁਦ ਇਸ ਕੇਸ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਤੱਕ ਉਸਨੇ ਕਹਿ ਦਿੱਤਾ ਕਿ ਮੈਂ ਤਾਂ ਸੁੱਤਾ ਪਿਆ ਸੀ, ਮੈਨੂੰ ਫੋਨ ਆਇਆ ਤੇ ਫੋਨ ਉੱਤੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਕੰਮ ਹੋ ਗਿਆ। ਖੈਰ ਇਹ ਸਾਰੀਆਂ ਗੱਲਾਂ ਬਾਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ ਜਦੋਂ ਆਪਾਂ ਇੱਕ ਬ੍ਰੌਡਰ ਕ੍ਰਿਮੀਨਲ ਕੌਨਸਪੀਰੇਸੀ ਤੇ ਉਸ ਦੇ ਨਾਲ ਜੁੜੀ ਹੋਈ ਇੱਕ ਵਿਆਪਕ ਇੱਕ ਕੰਪਰੀਹੈਂਸਿਵ ਪੜਤਾਲ ਦੀ ਗੱਲਬਾਤ ਕਰਦੇ ਹਾਂ ਤੇ ਅੱਜ ਆਪਾਂ ਉਹੀ ਗੱਲਬਾਤ ਕਰਨੀ ਹੈ। ਸੋ 29 ਮਈ 2022 ਤੋਂ ਲੈ ਕੇ 29 ਮਈ 2023 ਇਸ 1 ਸਾਲ ਦੌਰਾਨ ਪੰਜਾਬ ਸਰਕਾਰ, ਪੰਜਾਬ ਦੀ ਉਹ ਸਰਕਾਰ ਜਿਸ ਦਾ ਮੁੱਖ ਮੰਤਰੀ, ਜਿਸ ਦਾ ਚੀਫ ਮਿਨਿਸਟਰ ਖੁਦ ਇੱਕ ਕਲਾਕਾਰ ਹੋਏ, ਉਸ ਸਰਕਾਰ ਦੇ ਕਾਰਜਕਾਲ ਦੌਰਾਨ ਗੈਂਗਸਟਰਾਂ ਦਾ, ਅੰਡਰਵਰਲਡ ਦਾ, ਕ੍ਰਿਮੀਨਲ ਐਲੀਮੈਂਟਸ ਦਾ ਦਬਾਅ ਮਿਊਜ਼ਿਕ ਇੰਡਸਟਰੀ ਉੱਤੇ ਸਿਖਰਾਂ ਉੱਤੇ ਪਹੁੰਚ ਜਾਂਦਾ ਹੈ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਤੋਂ ਬਾਅਦ। ਇਸ ਕਤਲ ਕੇਸ ਤੋਂ ਪਹਿਲਾਂ ਤੇ ਇਸ ਕਤਲ ਕੇਸ ਤੋਂ 1 ਸਾਲ ਬਾਅਦ ਅੱਜ ਤੱਕ ਜੋ ਵਿਵਹਾਰ, ਜੋ ਵਤੀਰਾ, ਜਿਸ ਤਰੀਕੇ ਦਾ ਰਿਸਪੌਂਸ ਪੰਜਾਬ ਗਵਰਨਮੈਂਟ ਦਾ ਲੈਡ ਬਾय ਸਰਦਾਰ ਭਗਵੰਤ ਸਿੰਘ ਮਾਨ ਰਿਹਾ ਹੈ ਉਹ ਬਹੁਤ ਇੱਕ ਨਕਾਰਾਤਮਕ ਰਿਸਪੌਂਸ ਹੈ। ਨਕਾਰਾਤਮਕ ਇਸ ਵਾਸਤੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਜਾਂ ਉਸ ਦੀ ਹੱਤਿਆ ਕਾਂਡ ਤੋਂ ਪਹਿਲਾਂ ਲੀਕ ਹੋਈ ਉਸ ਦੀ ਤੇ 450 ਹੋਰ VVIPs ਦੀ ਡਿਟੇਲ, ਜਿਸ ਕਾਰਨ ਐਜ਼ ਪਰ ਗੋਲਡੀ ਬਰਾੜ ਆਲਸੋ ਉਸ ਨੂੰ ਜਦੋਂ ਹੀ ਇਸ ਚੀਜ਼ ਦਾ ਪਤਾ ਲੱਗਦਾ ਹੈ ਕਿ ਸੁਰੱਖਿਆ ਹਟਾ ਲਈ ਗਈ ਹੈ, ਉਸ ਨੂੰ ਡਾਇਲਿਊਟ ਕਰਤਾ ਗਿਆ, ਘਟਾਤਾ ਗਿਆ ਹੈ, ਉਸ ਤੋਂ ਬਾਅਦ ਹੀ ਉਸਨੇ ਆਪਣੇ ਸ਼ੂਟਰਸ ਨੂੰ ਕਿਹਾ ਕਿ ਹੁਣ ਤੁਸੀਂ ਜਾਓ ਤੇ ਸਿੱਧੂ ਮੂਸੇਵਾਲਾ ਨੂੰ ਛੇਤੀ ਤੋਂ ਛੇਤੀ ਐਲੀਮੀਨੇਟ ਕਰੋ, ਉਸ ਉੱਤੇ ਹਮਲਾ ਕਰੋ ਤੇ ਹਮਲਾ ਹੋਇਆ, ਉਸ ਵਿੱਚ ਸਿੱਧੂ ਮੂਸੇਵਾਲਾ ਮਾਰਿਆ ਜਾਂਦਾ ਹੈ। ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਸ ਪੂਰੇ ਦੇ ਪੂਰੇ ਜਾਂਚ, ਇਸ ਪੂਰੇ ਦੇ ਪੂਰੇ ਕੇਸ, ਮਰਡਰ ਕੇਸ ਦੀ ਪੜਤਾਲ ਕ੍ਰਿਮੀਨਲ ਜਾਂ ਗੈਂਗਸਟਰਸ ਦੇ ਪੁਆਇੰਟ ਆਫ ਵਿਊ ਨਾਲ ਇੱਕ ਪੱਖ ਸੀਗਾ ਇਸ ਜਾਂਚ ਦਾ ਤੇ ਸ਼ਾਇਦ ਇਹੀ ਚੀਜ਼ ਉਸ ਵਕਤ ਜ਼ਿਹਨ ਦੇ ਵਿੱਚ ਆਈ ਜਾਂ
ਕੁਝ ਦਿਮਾਗ ਦੇ ਵਿੱਚ ਨਹੀਂ ਸ਼ਾਇਦ ਆਇਆ। ਆਨਨ ਫਾਨਨ ਦੇ ਵਿੱਚ ਇੱਕ ਐਲਾਨ ਕਰਤਾ ਗਿਆ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਆਫ ਇਨਕੁਆਇਰੀ ਬਿਠਾਈ ਜਾਏਗੀ ਲੈਡ ਬਾਈ ਅ ਸਿਟਿੰਗ ਹਾਈ ਕੋਰਟ ਜੱਜ। 30 ਮਈ ਦਾ ਐਲਾਨ ਹੁੰਦਾ ਹੈ। ਹੁਣ ਇੱਕ ਸਿਟਿੰਗ ਹਾਈ ਕੋਰਟ ਜੱਜ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੁਹੱਈਆ ਨਹੀਂ ਕਰਵਾਇਆ ਗਿਆ, ਕਿਉਂਕਿ ਹੋਰ ਵੀ ਕੰਮ ਹੁੰਦੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਂਡੈਂਸੀ ਹੈ। ਹਾਈ ਕੋਰਟ ਕੋਲ ਸਿਟਿੰਗ ਜੱਜ ਸਪੇਅਰ ਕਰਨ ਲਈ ਨਹੀਂ ਹੈਗੇ ਨੇ। ਬਹੁਤ ਅਜਿਹਾ ਵਰਕਲੋਡ ਹੈ ਜੋ ਕਿ ਹਾਈ ਕੋਰਟ ਦੇ ਮਾਨਯੋਗ ਜੱਜਾਂ ਉੱਤੇ ਹੈ। ਸੋ 2-2.5 ਦਹਾਕੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੀ ਹੱਤਿਆ ਕਾਂਡ ਤੇ ਉਸ ਦੇ ਪਿੱਛੇ ਦੀ ਜਿਹੜੀ ਟ੍ਰੇਲ ਹੈ ਉਸ ਨੂੰ ਫੋਲੋ ਕਰਨ ਲਈ ਇੱਕ ਸਿਟਿੰਗ ਜੱਜ ਨਹੀਂ ਮਿਲਦਾ ਤਾਂ ਕੀ ਇੱਕ ਰਿਟਾਇਰਡ ਜੱਜ ਨੂੰ ਵੀ ਪੰਜਾਬ ਸਰਕਾਰ ਇਸ ਕੇਸ ਦੀ ਪੜਤਾਲ ਲਈ ਜਾਂ ਇਸ ਵਿਆਪਕ ਤੇ ਕੰਪਰੀਹੈਂਸਿਵ ਇਨਵੈਸਟੀਗੇਸ਼ਨ ਇਨਕੁਆਇਰੀ ਲਈ ਇੱਕ ਕਮਿਸ਼ਨ ਆਫ ਇਨਕੁਆਇਰੀ ਦੇ ਰੂਪ ਵਿੱਚ ਨਹੀਂ ਸੀ ਅਪਾਇੰਟ ਕਰ ਸਕਦੀ? ਹੋਰ ਕਈ ਕੇਸਾਂ ਦੇ ਵਿੱਚ ਇਸ ਕਿਸਮ ਦੇ ਕਮਿਸ਼ਨ ਆਫ ਇਨਕੁਆਇਰੀਜ਼ ਪਹਿਲੀਆਂ ਸਰਕਾਰਾਂ ਨੇ ਵੀ ਬਣਾਈਆਂ ਨੇ, ਲੇਕਿਨ ਇਹ ਚੀਜ਼ ਸੰਭਵ ਨਹੀਂ ਹੋ ਪਾਈ। ਇਹ ਆਪਣੇ ਆਪ ਦੇ ਵਿੱਚ ਥੋੜੀ ਜਿਹੀ ਹੈਰਾਨ ਕਰ ਦੇਣ ਵਾਲੀ ਡਿਵੈਲਪਮੈਂਟ ਜ਼ਰੂਰ ਹੈ, ਕਿਉਂਕਿ ਅੱਜ ਆਪਾਂ 1 ਸਾਲ ਬੀਤਣ ਮਗਰੋਂ ਇਹ ਗੱਲਬਾਤ ਕਰ ਰਹੇ ਹਾਂ। ਪਹਿਲਾਂ ਵੀ ਆਪਾਂ ਕਈ ਰਿਪੋਰਟਾਂ ਦੇ ਵਿੱਚ ਜ਼ਿਕਰ ਬਾਰ-ਬਾਰ ਕੀਤਾ ਹੈ, ਇਸ ਕੇਸ ਨੂੰ ਸੀਬੀਆਈ ਨੂੰ ਹੈਂਡਓਵਰ ਨਹੀਂ ਕੀਤਾ ਗਿਆ। ਮੈਂ ਪਹਿਲਾਂ ਵੀ ਆਪਣੀ ਰਿਪੋਰਟ ਵਿੱਚ ਉਹਨਾਂ ਦਿਨਾਂ ਵਿੱਚ ਕਿਹਾ ਸੀ ਕਿ ਇਹ ਇੱਕ ਅਜਿਹਾ ਕੇਸ ਨਹੀਂ ਹੈ ਜਿਸ ਵਿੱਚ ਜੇ ਤੁਸੀਂ ਅਸਲ ਦੀ ਗਹਿਰਾਈ ਦੀ ਜਾਂਚ ਕਰਨੀ ਹੈ ਤਾਂ ਫਿਰ ਕੱਲੀ ਮਾਨਸਾ ਪੁਲਿਸ ਜਾਂ ਉਸਦੀ ਐਸਆਈਟੀ ਇਜ਼ ਨਾਟ ਸਫੀਸ਼ੀਐਂਟ। ਤੁਸੀਂ ਇਸ ਕੇਸ ਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦਿਓ। ਇਸ ਮਾਮਲੇ ਦੀ ਇਨਵੈਸਟੀਗੇਸ਼ਨ ਜੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰਦਾ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਦਿੱਤੀ ਜਾਂਦੀ ਹੈ, ਜਿਸ ਨੇ ਬਾਅਦ ਦੇ ਵਿੱਚ ਸੂਓ ਮੋਟੋ ਆਪਣੇ ਆਪ ਕੇਸਾਂ ਦੀ ਇਨਵੈਸਟੀਗੇਸ਼ਨ ਨੂੰ ਟੇਕ ਓਵਰ ਕੀਤਾ। ਦਿੱਲੀ ਪੁਲਿਸ ਨੇ ਪਰਚੇ ਦਰਜ ਕੀਤੇ, ਉਸ ਤੋਂ ਬਾਅਦ ਐਨਆਈਏ ਨੇ ਕੇਸ ਟੇਕ ਓਵਰ ਕੀਤੇ। ਆਈ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਤੇ ਜਿੰਨੇ ਵੀ ਅੱਗੇ ਖੱਬੇ ਸੱਜੇ ਜਿਹੜੇ ਵੀ ਗੈਂਗਸਟਰ ਨੇ, ਉਹਨਾਂ ਦੇ ਕੇਸਾਂ ਦੇ ਵਿੱਚ ਅੱਜ ਸੈਂਕੜਾਂ ਦੀ ਗਿਣਤੀ ਵਿੱਚ ਛਾਪੇਮਾਰੀ ਪੰਜਾਬ ਹਰਿਆਣਾ ਵਿੱਚ ਹੋਈ। ਸੋ ਫਿਰ ਕੀ ਕਾਰਨ ਸੀ ਕਿ ਜਦੋਂ ਵੀ ਐਨਆਈਏ ਵੱਲੋਂ ਪੜਤਾਲਾਂ ਜਾਰੀ ਕੀਤੀਆਂ ਜਾਂਦੀਆਂ ਨੇ, ਵੇਰਵੇ ਸਾਂਝੇ ਕੀਤੇ ਜਾਂਦੇ ਨੇ, ਸਿੱਧੂ ਮੂਸੇਵਾਲਾ ਦੇ ਕਤਲ ਦੀ ਕੇਸ ਦੀ ਗੱਲ ਨਹੀਂ ਕੀਤੀ ਜਾਂਦੀ। ਸਿਰਫ ਸੰਦੀਪ ਨੰਗਲ ਅੰਬੀਆਂ ਦੇ ਕੇਸ ਦਾ ਜ਼ਿਕਰ ਉਹ ਬਾਰ-ਬਾਰ ਆਪਣੀ ਹਰ ਚੌਥੇ ਪ੍ਰੈਸ ਨੋਟ ਦੇ ਵਿੱਚ ਕਰਦੇ ਨੇ, ਫॉर ਅ ਸਿੰਪਲ ਰੀਜ਼ਨ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਮਾਨਸਾ ਪੁਲਿਸ ਕੋਲ ਹੈ। ਕਮਿਸ਼ਨ ਆਫ ਇਨਕੁਆਇਰੀ ਬਣ ਸਕਦਾ ਸੀ, ਕਮਿਸ਼ਨ ਆਫ ਇਨਕੁਆਇਰੀ ਇਸ ਚੀਜ਼ ਦੀ ਗਹਿਰਾਈ ਦੇ ਵਿੱਚ ਜਾਂਚ ਕਰ ਸਕਦਾ ਸੀ ਜਾ ਕੇ ਕਿ ਜਿਹੜੀ ਸੁਰੱਖਿਆ ਡਿਟੇਲਸ ਨੂੰ ਸਾਂਝਾ ਕੀਤਾ ਗਿਆ ਉਹ ਜਿਹੜੇ ਲੈਪਸਿਸ ਸੀ ਕਿਸ ਦੇ ਪਾਰਟ ਉੱਤੇ ਹੋਏ। ਠੀਕ ਹੈ, ਤੁਸੀਂ ਫਾਹੇ ਨਹੀਂ ਲਾ ਸਕਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਐਕਸਾਈਟਮੈਂਟ ਵਿੱਚ ਆ ਕੇ ਸਿਕਿਉਰਿਟੀ ਦੀ ਡਿਟੇਲਸ ਨੂੰ ਸਾਂਝਾ ਕਰਤਾ ਹੈ, ਲੇਕਿਨ ਘੱਟੋ ਘੱਟ ਭਵਿੱਖ ਲਈ ਇੱਕ ਮੈਸੇਜ ਆ ਸਕਦਾ ਹੈ, ਭਵਿੱਖ ਲਈ ਇੱਕ ਵਾਰਨਿੰਗ ਜਾ ਸਕਦੀ ਹੈ, ਕੌਸ਼ਨ ਜਾ ਸਕਦਾ ਹੈ ਤੇ ਸਭ ਲਈ ਕੰਨ ਹੋ ਸਕਦੇ ਨੇ ਕਿ ਇਸ ਤਰੀਕੇ ਦਾ ਜਿਹੜਾ ਵਤੀਰਾ ਹੈ ਉਹ ਗੈਰ ਜ਼ਿੰਮੇਦਾਰਾਨਾ ਵਤੀਰਾ ਸੀ, ਜਿਸ ਦੇ ਕਾਰਨ ਐਡੀ ਵੱਡੀ ਵਾਰਦਾਤ ਹੋ ਗਈ। ਆਪਾਂ ਇਹ ਨਹੀਂ ਕਹਿੰਦੇ ਕਿ ਵਾਰਦਾਤ ਦੇ ਵਿੱਚ ਸਿਰਫ ਬਲਤੇਜ ਪੰਨੂ ਜਾਂ ਆਮ ਆਦਮੀ ਪਾਰਟੀ ਦੀ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਦੀ ਲੜਕੀ ਹੈ ਉਸ ਦੀ ਹੀ ਪੂਰੀ ਦੀ ਪੂਰੀ ਭੂਮਿਕਾ ਹੈ ਤੇ ਸਾਰਾ ਠੀਕ ਹੈ ਉਹਨਾਂ ਦੇ ਸਿਰ ਤੇ ਪੰਨਿਆ ਜਾਵੇ, ਲੇਕਿਨ ਨੈਵਰਦਲੈਸ ਸਰਕਾਰ ਜਿੰਨੀ ਕੁ ਉਸਦੀ ਨੀਅਤ ਦੇ ਵਿੱਚ ਬੇਈਮਾਨੀ ਅੱਜ ਤੋਂ 1 ਸਾਲ ਪਹਿਲਾਂ ਨਜ਼ਰ ਆ ਰਹੀ ਸੀ, ਅੱਜ ਉਹ ਬੇਈਮਾਨੀ ਦਾ ਲੈਵਲ ਮੈਨੂੰ ਉਸ ਤੋਂ ਉੱਤੇ ਜਾਂਦਾ ਹੋਇਆ ਇਸ ਪੂਰੇ 1 ਸਾਲ ਵਿੱਚ ਗ੍ਰੈਜੂਅਲੀ ਨਜ਼ਰ ਆਇਆ ਹੈ। ਤੇ ਇਸ ਦਾ ਕਾਰਨ ਹੈ, ਮੈਂ ਇਸ ਗੱਲਬਾਤ ਨੂੰ ਸਰਕਾਰ ਦੀ ਨੁਕਤਾਚੀਨੀ ਦੇ ਪੁਆਇੰਟ ਆਫ ਵਿਊ ਨਾਲ ਕਦੇ ਵੀ ਇਸ ਰਿਪੋਰਟ ਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ ਸੀ। ਰਾਦਰ 1 ਸਾਲ ਬੀਤਣ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲकांड ਦੇ, ਉਸਦੀ ਹੱਤਿਆ ਕਾਂਡ ਦੇ, ਆਪਾਂ ਇਸ ਰਿਪੋਰਟ ਨੂੰ ਇੱਕ ਰਿਵਿਊ ਦੇ ਰੂਪ ਵਿੱਚ ਲੈਣਾ ਸੀ। ਲੇਕਿਨ ਅੱਜ ਜ਼ਿਕਰ ਇਸ ਵਾਸਤੇ ਉੱਠਦਾ ਹੈ ਕਿ ਜਿਹੜੀ ਮਾਰਚ ਦੇ ਮਹੀਨੇ ਦੇ ਵਿੱਚ ABP ਚੈਨਲ ਨੂੰ ਲਾਰੈਂਸ ਬਿਸ਼ਨੋਈ ਇੰਟਰਵਿਊ ਦਿੰਦਾ ਹੈ ਤੇ ਕਿਹੜੇ ਹਾਲਾਤਾਂ ਦੇ ਵਿੱਚ ਇੰਟਰਵਿਊ ਦਿੱਤੀ ਕਿ ਉਸ ਦੀ ਆਪਾਂ ਪਹਿਲਾਂ ਜ਼ਿਕਰ ਰਿਪੋਰਟਾਂ ਵਿੱਚ ਕਰ ਚੁੱਕੇ ਹਾਂ, ਆਪਾਂ ਦੁਬਾਰਾ ਗੱਲਾਂ ਨੂੰ ਨਹੀਂ ਦੁਹਰਾਵਾਂਗੇ। ਲੇਕਿਨ ਉਸ ਇੰਟਰਵਿਊ ਦੇ ਹੋਣ ਤੋਂ ਅੱਜ ਤਕਰੀਬਨ 2.5 ਮਹੀਨੇ ਦਾ ਸਮਾਂ ਨਿਕਲ ਚੁੱਕਾ ਹੈ। ਇੱਕ ਸਪੈਸ਼ਲ DGP, ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਉਸ ਮਾਮਲੇ ਦੀ ਇਨਵੈਸਟੀਗੇਸ਼ਨ ਲਈ ਲਾਇਆ ਗਿਆ ਤੇ ਮੈਂ ਉਸੇ ਵਕਤ ਇਸ ਚੀਜ਼ ਨੂੰ ਦੱਸਦਾ ਸੀ ਕਿ ਇਹ ਪੂਰਾ ਮਾਮਲਾ ਕਵਰ ਅਪ ਕਰਨ ਦੀ ਕੋਸ਼ਿਸ਼ ਹੈ। ਇਹ ਇਨਵੈਸਟੀਗੇਸ਼ਨਲ ਲਈ ਨਹੀਂ, ਸਪੈਸ਼ਲ DG ਹੈ। ਜਦੋਂ ਵੀ ਤੁਸੀਂ IG ਉੱਪਰ ਦੇ ਰੈਂਕ ਦੇ ਬੰਦਿਆਂ ਨੂੰ ਲਾ ਦਿੰਦੇ ਹੋ ਨਾ, ਜਦੋਂ ਇਸ ਤਰੀਕੇ ਦੀਆਂ ਪੜਤਾਲਾਂ ਉੱਤੇ ਜਿਨ੍ਹਾਂ ਨੂੰ ਇੱਕ ਥਾਣੇਦਾਰ ਲੈਵਲ ਦਾ ਅਫਸਰ ਵੀ ਕੰਡਕਟ ਕਰ ਸਕਦਾ ਹੈ, ਉਸ ਵਕਤ ਤੁਸੀਂ ਸਮਝ ਲਓ ਕਿ ਪਰਦਾ ਪਾਉਣ ਦੀ ਤੇ ਕਵਰ ਅਪ ਕਰਨ ਦੀਆਂ ਕੀ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਅੱਜ ਉਹ ਚੀਜ਼ਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇਸ ਵਾਸਤੇ ਮੈਂ ਗੱਲ ਜ਼ਿਕਰ ਕਰ ਰਿਹਾ ਕਿ ਸਰਕਾਰ 29 ਮਈ 2022 ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ ਕੁਝ ਦਿਨਾਂ ਦੇ ਵਿੱਚ ਉਸ ਕਮਿਸ਼ਨ ਆਫ ਇਨਕੁਆਇਰੀ ਨੂੰ ਨਾ ਬਿਠਾਉਣ ਦੇ ਪੱਖੋਂ, ਆਪਣੇ ਪਾਰਟੀ ਦੇ ਫੰਕਸ਼ਨਰੀਜ਼ ਦੀ ਭੂਮਿਕਾ ਉਸ ਸਿਕਿਉਰਿਟੀ ਡਿਟੇਲ ਨੂੰ ਲੀਕ ਕਰਨ ਤੇ ਪਬਲਿਸਾਈਜ਼ ਕਰਨ ਦੇ ਪੱਖੋਂ, ਇਨਵੈਸਟੀਗੇਸ਼ਨ ਕਰਨ ਦੇ ਪੱਖੋਂ, ਜਾਂ ਫਿਰ ਉਸ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਨੂੰ ਵਿਡਰਾਅ ਕਰਾਇਆ, ਕਿਹੜੀ ਇੰਟੈਲੀਜੈਂਸ ਦੇ ਬੇਸ ਉੱਤੇ ਉਹ ਸੁਰੱਖਿਆ ਨੂੰ ਵਿਡਰਾਅ ਕੀਤਾ ਗਿਆ ਸੀ, ਸਿੱਧੂ ਮੂਸੇਵਾਲਾ ਦੇ ਕਤਲ ਦਾ ਇੱਕ ਆਧਾਰ ਬਣਾ ਕੇ ਪੂਰਾ ਦਾ ਪੂਰਾ ਠੀਕਰਾ ਤਤਕਾਲੀ DGP VK ਪਾਵਰਾ ਉੱਤੇ ਤਾਂ ਫੋੜਤਾ ਗਿਆ। ਸਰਕਾਰ ਨੇ VK ਪਾਵਰਾ ਤੋਂ ਐਕਸਪਲੇਨੇਸ਼ਨ ਮੰਗੀ। ਪਹਿਲੀ ਵਾਰ ਮੈਨੂੰ ਹੋਣਾ ਲੱਗਦਾ ਹੈ ਕਿ ਇੱਕ ਐਸਾ DGP ਜਿਸ ਨੂੰ ਨਾ ਸਿਰਫ ਛੁੱਟੀ ਤੇ ਭੇਜਤਾ ਗਿਆ, ਬਲਕਿ ਜਦੋਂ ਉਸਨੇ ਆ ਕੇ ਆਪਣਾ ਜਿਹੜਾ ਆਫਿਸ ਹੀ ਜੁਆਇਨ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਅੱਖਾਂ ਵਿਖਾਈਆਂ ਗਈਆਂ ਤੇ ਉਸ ਨੂੰ ਇੱਕ ਨੋਟਿਸ ਦੇ ਦਿੱਤਾ ਗਿਆ। ਲਾਅ ਐਂਡ ਆਰਡਰ ਦੇ ਵਿਗੜਨ ਦਾ ਆਧਾਰ ਬਣਾ ਕੇ ਇੱਕ DGP ਲਾਂਬੇ ਕਰਤਾ ਜਾਂਦਾ ਹੈ। ਲੇਕਿਨ ਉਸ ਤੋਂ ਬਾਅਦ ਜਿਹੜੇ ਅੱਜ ਆਫੀਸ਼ੀਏਟਿੰਗ DGP ਨੇ, ਗੌਰਵ ਯਾਦਵ, ਜਿਨ੍ਹਾਂ ਦਾ ਆਪਾਂ ਵਿਅਕਤੀਗਤ ਤੌਰ ਤੇ ਬਹੁਤ ਸਤਿਕਾਰ ਕਰਦੇ ਹਾਂ, ਲੇਕਿਨ ਇਹਨਾਂ ਪਿਛਲੇ तमाम 8-8.5 ਮਹੀਨਿਆਂ ਜਿਸ ਦੌਰਾਨ ਉਹ ਪੰਜਾਬ ਦੇ DGP ਰਹੇ ਨੇ, ਉਹਨਾਂ ਦੀ ਜਿਹੜੀ ਪਰਫਾਰਮੈਂਸ ਰਹੀ ਹੈ, ਚਾਹੇ ਉਹ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਇਨਵੈਸਟੀਗੇਸ਼ਨ ਦੇ ਪੱਖੋਂ ਹੋਵੇ, ਉਹ ਇਨਵੈਸਟੀਗੇਸ਼ਨ ਦੇ ਪੱਖੋਂ ਨਹੀਂ ਬਲਕਿ ਇੱਕ ਕਵਰ ਅਪ ਦੇ ਪੱਖੋਂ ਜ਼ਿਆਦਾ ਚਰਚਾ ਦੇ ਵਿੱਚ ਹਮੇਸ਼ਾ ਰਹੇਗੀ ਤੇ ਇੱਕ ਰਿਕਾਰਡ ਬਣੇਗਾ। ਮੈਂ ਤੁਹਾਨੂੰ ਅੱਜ ਦੱਸ ਰਿਹਾ
ਹਰ ਇਨਸਾਫ ਪਸੰਦ ਤੇ ਨਿਆਂ ਪਸੰਦ ਵਿਅਕਤੀ ਇਸ ਵਕਤ ਚਾਹੁੰਦਾ ਹੈ ਕਿ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਫੜ ਕੇ ਪੰਜਾਬ ਪੁਲਿਸ ਲੈ ਕੇ ਆਵੇ, ਲੇਕਿਨ ਸਿਰਫ ਗੋਲਡੀ ਬਰਾੜ ਨੂੰ ਫੜ ਕੇ ਲਿਆਉਣ ਦੇ ਨਾਲ ਉਸ ਲਾਰਜਰ ਜਸਟਿਸ ਦੀ ਜਾਂ ਉਸ ਲਾਰਜਰ ਇਨਵੈਸਟੀਗੇਸ਼ਨ ਦਾ ਪਰਪਸ ਮਕਸਦ ਜਿਹੜਾ ਉਹ ਪੂਰਾ ਨਹੀਂ ਹੁੰਦਾ। ਸੋ ਸਾਡੇ ਡੀਜੀਪੀ ਸਾਹਿਬ ਜਿਸ ਤਰੀਕੇ ਦੇ ਨਾਲ 2.5 ਮਹੀਨੇ ਹੋ ਚੁੱਕੇ ਨੇ, ਇੱਕ ਹੋਰ ਗੈਂਗਸਟਰ ਦੀ ਇੰਟਰਵਿਊ ਕੰਡਕਟ ਕੀਤੀ ਜਾਂਦੀ ਹੈ ਤੇ ਉਸ ਇੰਟਰਵਿਊ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਐਕਸੈਪਟ ਫॉर द ਫੈਕਟ ਕਿ ਇੱਕ ਗੈਂਗਸਟਰ ਨੂੰ ਗਲੈਮਰਾਈਜ਼ ਕਰਤਾ ਜਾਂਦਾ ਹੈ। ਉਸ ਇੰਟਰਵਿਊ ਦੇ ਵਿੱਚ ਲਾਰੈਂਸ ਬਿਸ਼ਨੋਈ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਲਾਰੈਂਸ ਬਿਸ਼ਨੋਈ ਹਰ ਉਸ ਕ੍ਰਿਟੀਕਲ ਪੁਆਇੰਟ ਤੋਂ ਆਪਣੇ ਆਪ ਨੂੰ ਕੱਢ ਕੇ ਲੈ ਗਿਆ ਜਿਸ ਤਹਿਤ ਕਿ ਉਹ ਉਸ ਇੰਟਰਵਿਊ ਦੇ ਵਿੱਚ ਜਾਂ ਉਸ ਦੌਰਾਨ ਦਿੱਤੇ ਗਏ ਕਿਸੇ ਵੀ ਬਿਆਨ ਦੇ ਆਧਾਰ ਉੱਤੇ ਅਦਾਲਤ ਦੇ ਵਿੱਚ ਇਸ ਮਰਡਰ ਕੇਸ ਦੇ ਵਿੱਚ, ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਨਾਮਜ਼ਦ ਤੱਕ ਕਰ ਹੀ ਲਿਆ ਗਿਆ ਹੈ, ਲੇਕਿਨ ਇਸ ਦੇ ਬੇਸ ਉੱਤੇ ਉਸ ਨੂੰ ਇੰਪਲੀਕੇਟ ਕੀਤਾ ਜਾ ਸਕਦਾ। ਕ੍ਰਿਟੀਕਲੀ ਇਨਵੈਸਟੀਗੇਸ਼ਨ ਪੁਆਇੰਟ ਆਫ ਵਿਊ ਨਾਲ, ਸਬੂਤਾਂ ਦੇ ਨਾਲ ਉਸ ਨੂੰ ਦੋਸ਼ੀ ਮੰਨਿਆ ਜਾ ਸਕਦਾ। ਸੋ ਆਪਣੇ ਆਪ ਨੂੰ ਬਹੁਤ ਹੀ ਤਰੀਕੇ ਦੇ ਨਾਲ ਕੱਢ ਕੇ ਲੈ ਗਿਆ। ਜਿਹੜੇ ਪੱਤਰਕਾਰ ਜਨਾਬ ਨੇ ਜਾਂ ਜਿਸ ਚੈਨਲ ਨੇ ਇਸ ਇੰਟਰਵਿਊ ਨੂੰ ਕੀਤੀ ਹੈ, ਉਹਨਾਂ ਦਾ ਮਕਸਦ ਕੀ ਸੀ ਇਸ ਇੰਟਰਵਿਊ ਕਰਨ ਦਾ, ਉਹ ਤਾਂ ਨਹੀਂ ਮੈਨੂੰ ਪਤਾ। ਜੇ TRP ਹਾਸਲ ਕਰਨਾ ਸੀ ਤਾਂ ਵਿਊਜ਼ ਦੀ ਸ਼ਕਲ ਦੇ ਵਿੱਚ ਉਹਨਾਂ ਨੂੰ ਉਹ ਵਿਊਜ਼ ਵਗੈਰਾ ਮਿਲ ਚੁੱਕੇ ਨੇ, ਲੇਕਿਨ ਐਟ ਦ ਐਂਡ ਆਫ ਦ ਡੇ ਉਸ ਇੰਟਰਵਿਊ ਦੇ ਵਿੱਚੋਂ ਨਿਕਲਦਾ ਨਹੀਂ ਹੈ। ਸਾਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਘਟਨਾਵਾਂ ਹੋ ਰਹੀਆਂ ਨੇ ਤਾਂ ਸਾਡੀ ਸਰਕਾਰਾਂ ਤੇ ਸਾਡੀ ਪੁਲਿਸ ਕਰਦੀ ਕੀ ਪਈ ਹੈ? ਅੱਜ 2.5 ਮਹੀਨੇ ਤੱਕ ਤੁਸੀਂ ਇਹ ਨਹੀਂ ਪਤਾ ਕਰਾ ਪਾਏ ਹੋ, ਦੋਵੇਂ ਬੰਦੇ ਪੱਤਰਕਾਰ ਤੇ ਉਹ ਜਿਹੜਾ ਗੈਂਗਸਟਰ ਹੈ ਪੰਜਾਬ ਪੁਲਿਸ ਦੇ ਕੋਲ ਸੀ, ਇੰਨੇ ਮਹੀਨੇ ਰਿਹਾ, ਇੰਨੇ ਹਫ਼ਤੇ ਰਿਹਾ, ਲੇਕਿਨ ਇਸ ਦੌਰਾਨ ਉਸ ਤੋਂ ਇਹ ਪੁੱਛਿਆ ਨਹੀਂ ਗਿਆ ਕਿ ਤੇਰੇ ਤੋਂ ਇੰਟਰਵਿਊ ਕਿੱਥੇ ਕੰਡਕਟ ਕਰਵਾਈਆਂ ਗਈਆਂ। ਇਹ ਜਿਹੜੀ ਦੂਸਰੀ ਜੇਲ੍ਹ ਦੀ ਇੰਟਰਵਿਊ ਦੀ ਘਟਨਾ ਹੈ, ਇਹ 1 ਸਾਲ ਪਹਿਲਾਂ ਦੇ ਉਹਨਾਂ ਖਦਸ਼ਿਆਂ ਨੂੰ ਹੋਰ ਮਜ਼ਬੂਤ ਕਰਦੀ ਹੈ, ਬਲ ਦਿੰਦੀ ਹੈ, ਸਟਰੈਂਥਨ ਕਰਦੀ ਹੈ। ਪਿਛਲੇ ਸਾਲ ਜੇ ਲੱਗਦਾ ਪਿਆ ਸੀ ਕਿ ਸਰਕਾਰ ਸਿਰਫ ਆਪਣੀ ਪਾਰਟੀ ਦੇ ਕੁਝ ਫੰਕਸ਼ਨਰੀਜ਼ ਨੂੰ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹ ਚੰਗੇ ਅਹੁਦਿਆਂ ਦੇ ਨਾਲ ਨਵਾਜ਼ਦੀ ਹੈ, ਜਾਂ ਫਿਰ ਉਹਨਾਂ ਨੂੰ ਹੁਣ ਪਟਿਆਲਾ ਦੀ ਲੋਕ ਸਭਾ ਦੀ ਅਗਲੇ ਸਾਲ ਹੋਣ ਵਾਲੀ ਚੋਣ ਦੇ ਵਿੱਚ ਟਿਕਟ ਦੇਣ ਦਾ ਵੀ ਮਨ ਜਾਂ ਮੂਡ ਬਣਾਉਂਦੀ ਪਈ ਹੈ, ਜੇ ਸਿਰਫ ਸਰਕਾਰ ਉਸ ਪਰਪਸ ਤੋਂ ਇੱਕ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਤੋਂ ਬਾਅਦ ਕਿ ਉਸ ਨੂੰ ਆਪਣੇ ਵੱਲੋਂ ਐਲਾਨ ਕੀਤੀ ਹੋਈ ਕਮਿਸ਼ਨ ਆਫ ਇਨਕੁਆਇਰੀ ਨੂੰ ਬਿਠਾਉਣ ਦੀ ਵੀ ਲੋੜ ਮਹਿਸੂਸ ਨਹੀਂ ਹੋਈ, ਤਾਂ 2023 ਇੱਕ ਅਜਿਹਾ ਸਾਲ ਹੈ ਜਿਸ ਦੌਰਾਨ ਤੁਸੀਂ ਪੂਰਾ ਦਾ ਪੂਰਾ ਜ਼ੋਰ ਉਸ ਇੰਟਰਵਿਊ ਦੀ ਸੱਚਾਈ, ਉਸ ਦੀਆਂ ਤਾਰੀਖਾਂ, ਉਸ ਇੰਟਰਵਿਊ ਨੂੰ ਕਿਹੜੀ ਜੇਲ੍ਹ ਵਿੱਚ ਕਰਵਾਇਆ ਗਿਆ, ਇਹਨਾਂ ਗਹਿਰਾਈਆਂ ਤੱਕ ਪਹੁੰਚਣ ਦੇ ਪੱਖੋਂ ਇੱਕ ਪਰਦਾ ਪਾਉਣ ਲਈ ਲਾ ਰਹੇ ਹੋ। ਤੇ ਅੱਜ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਨਹੀਂ ਮੈਂ ਕਹਾਂਗਾ, ਮੈਂ ਤਾਂ ਹੁਣ ਪੰਜਾਬ ਪੁਲਿਸ ਨੂੰ ਹੀ ਕਹਿ ਸਕਦਾ ਕਿ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਮੋਸਟ ਅਫਸਰ ਨੇ, ਜਿਨ੍ਹਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ, ਅੱਜ ਉਹ 2.5 ਮਹੀਨੇ ਬੀਤਣ ਤੋਂ ਬਾਅਦ ਵੀ ਉਸ ਪੂਰੀ ਦੀ ਪੂਰੀ ਚੇਨ ਆਫ ਇਵੈਂਟਸ ਨੂੰ ਕਿਉਂ ਟਰੈਕ ਨਹੀਂ ਕਰ ਪਾਇਆ। ਸੋ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਅੱਜ। ਬਹੁਤ ਦੇਖੋ, ਆਪਾਂ ਜਦੋਂ 1 ਸਾਲ ਪਹਿਲਾਂ ਗੱਲਾਂ ਕਰਦੇ ਸੀ, ਸਰਟਨਲੀ ਇੱਕ ਗੈਂਗ ਵਾਰ ਚੱਲਦੀ ਪਈ ਸੀ ਤੇ ਬਹੁਤ ਸੇ ਅਜਿਹੇ ਮਰਡਰ ਜਿਹੜੇ ਕੀਤੇ ਗਏ ਨੇ, ਚਾਹੇ ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ, ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ, ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ, ਇਹ ਸਾਰੇ ਦੇ ਸਾਰੇ ਕਤਲ ਕੇਸ ਜਾਂ ਗੈਂਗਸਟਰਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਦੇ ਵਿੱਚ ਇੱਕ ਵੱਡਾ ਮੋਟਿਵ ਹਮੇਸ਼ਾ ਇਹ ਰਿਹਾ ਕਿ ਆਪਣੀ ਜਿਹੜੀ ਲੱਤ ਹੈ ਉਸ ਨੂੰ ਉੱਚੇ ਰੱਖਣਾ ਹੈ, ਆਪਣੇ ਗੈਂਗ ਜਾਂ ਆਪਣੀ ਜਿਹੜੀ ਲੀਗ ਹੈ ਉਸ ਦਾ ਇੱਕ ਪਰਚਮ ਕਹਿ ਲਈਏ ਕਿ ਅੰਡਰਵਰਲਡ ਦੇ ਵਿੱਚ ਝੂਲਦਾ ਰਹੇ ਤੇ ਅੱਗੇ ਤੋਂ ਲੋਕਾਂ ਨੂੰ ਡਰਾਉਣ ਦਾ, ਧਮਕਾਉਣ ਦਾ, ਉਹਨਾਂ ਤੋਂ ਉਗਾਹੀਆਂ ਕਰਨ ਦਾ, ਫਿਰੌਤੀਆਂ ਵਸੂਲਣ ਦਾ, ਰੰਗਦਾਰੀਆਂ ਵਸੂਲਣ ਦਾ ਇੱਕ ਨੈਟਵਰਕ ਹੈ ਜਿਹੜਾ ਉਹ ਕਾਇਮ ਰਹੇ। ਆਪਣੇ ਜਿਹੜੇ ਕ੍ਰਿਮੀਨਲਸ ਹੈਗੇ ਨੇ ਉਹਨਾਂ ਨੂੰ ਜਿਹੜੀ ਰਸਦ, ਇਮਦਾਦ, ਆਰਥਿਕ ਮਦਦ ਦੇਣੀ ਹੈ, ਉਸ ਦਾ ਇੱਕ ਰਾਹ ਖੁੱਲ੍ਹਾ ਰਹੇ। ਸੋ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਕਿ ਗੈਂਗਸਟਰਾਂ ਵੱਲੋਂ ਇਹ ਪੂਰੀ ਦੀ ਪੂਰੀ ਵਾਰਦਾਤ ਨੂੰ ਕੰਡਕਟ ਕਰਾਇਆ ਗਿਆ ਤੇ ਉਹੀ ਗੱਲਾਂ ਬਾਤਾਂ ਜੋ ਨਿਕਲ ਕੇ ਆਈਆਂ ਸੀ ਉਸ ਦੇ ਨਾਲ 4 ਹੋਰ ਗੱਲਾਂ ਜੋੜੀਆਂ ਜਾ ਸਕਦੀਆਂ ਨੇ, ਲੇਕਿਨ ਗੱਲਾਂ ਨੂੰ ਜੋੜੇਗਾ ਕੌਣ? ਉਹ ਜਿਹੜੀ ਕਮਿਸ਼ਨ ਆਫ ਇਨਕੁਆਇਰੀ ਤੁਸੀਂ ਬਣਾਉਣੀ ਸੀ ਤੇ ਜਿਸ ਨੂੰ ਬਿਠਾਉਣਾ ਸੀ ਇਹਨਾਂ ਚੀਜ਼ਾਂ ਦੀ ਘੋਖ ਕਰਨ ਲਈ ਕਿ ਸੁਰੱਖਿਆ ਨੂੰ ਵਿਡਰਾਅ ਤੁਸੀਂ ਕਿਵੇਂ ਕੀਤਾ, ਸੁਰੱਖਿਆ ਦੀ ਵਿਡਰਾਅਲ ਦੀ ਡਿਟੇਲਸ ਕਿਹਨੇ ਸਾਂਝੀਆਂ ਕੀਤੀਆਂ, ਕੀ ਪੰਜਾਬ ਪੁਲਿਸ ਨੇ ਉਹ ਡਿਟੇਲ ਲੀਕ ਕੀਤੀਆਂ, ਕੀ ਪਾਰਟੀ ਵੱਲੋਂ ਜ਼ੋਰ ਪਵਾ ਕੇ ਜਿਸ ਤਰੀਕੇ ਦੇ ਨਾਲ ਸਰਕਾਰ ਦੀ ਫੰਕਸ਼ਨਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ, ਇਵਨ ਦਿੱਲੀ ਦੇ ਜਿਹੜੇ ਫੰਕਸ਼ਨਰੀਜ਼ ਹੈਗੇ ਨੇ ਉਹਨਾਂ ਦੀ ਬੜੀ ਵੱਡੀ ਦਖਲਅੰਦਾਜ਼ੀ ਹੈ। ਸੋ ਕਿ ਉਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਇਸ ਮਾਮਲੇ ਦੀ ਸੈਂਸਿਟੀਵਿਟੀ ਨੂੰ ਨਾ ਸਮਝਦਿਆਂ ਹੋਇਆਂ ਸਿਰਫ ਅਖਬਾਰਾਂ ਦੇ ਵਿੱਚ ਆਪਣੇ ਪ੍ਰਚਾਰ ਲਈ, ਆਪਣੀ ਸ਼ੋਹਰਤ ਖੱਟਣ ਲਈ ਹੀ ਉਹ ਡਿਟੇਲਸ ਨੂੰ ਮੰਗਿਆ ਗਿਆ ਤੇ ਦਬਾਅ ਹੇਠ ਲੈ ਕੇ ਉਹਨਾਂ ਨੂੰ ਅਖਬਾਰਾਂ ਦੇ ਵਿੱਚ ਛਪਵਾਤਾ ਗਿਆ ਤਾਂ ਕਿ ਸਰਕਾਰ ਦੀ ਵਾਹ-ਵਾਹ ਹੋ ਸਕੇ। ਅਖਬਾਰੀ ਇਸ਼ਤਿਹਾਰਾਂ ਅਤੇ ਖਬਰਾਂ ਦੇ ਜ਼ਰੀਏ ਉਸ ਸੁਰੱਖਿਆ ਡਿਟੇਲ ਨੂੰ ਘਟਾਉਣ ਜਾਂ VIP ਕਲਚਰ ਨੂੰ ਖਤਮ ਕਰਨ ਦੇ ਨਾਂ ਉੱਤੇ ਜਿਹੜੀ ਵਾਹਵਾਹੀ ਖੱਟਣ ਦੀ ਕੋਸ਼ਿਸ਼ ਭਗਵੰਤ ਮਾਨ ਦੀ ਸਰਕਾਰ ਕਰਦੀ ਪਈ ਸੀ, ਉਹ ਉਸ ਥੂ ਦੇ ਵਿੱਚ ਬਦਲ ਗਈ ਸੀ 29 ਮਈ 2022 ਨੂੰ। ਤੇ ਉਸ ਤੋਂ ਬਾਅਦ ਅੱਜ ਤੱਕ ਉਹ ਸਿਲਸਿਲਾ ਬਦਸਤੂਰ ਜਾਰੀ ਹੈ। ਇਸ 1 ਸਾਲ ਦੌਰਾਨ ਬਹੁਤ ਸੀ ਅਜਿਹੀਆਂ ਗੱਲਾਂ ਬਾਤਾਂ ਹੋਈਆਂ ਤੇ ਇਹਨਾਂ 'ਚੋਂ ਇੱਕ ਬੜੀ ਅਹਿਮ ਗੱਲ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ
ਕੈਬਨਿਟ ਮਿਨਿਸਟਰ ਅਮਨ ਅਰੋੜਾ ਦਾ ਇੱਕ ਬਿਆਨ, ਜਿਸ ਉੱਤੇ ਮੈਂ ਰਿਪੋਰਟ ਵੀ ਬਣਾਈ ਸੀ। ਤੁਸੀਂ ਦੇਖੋ ਕਿ ਤੁਸੀਂ ਕਮਿਸ਼ਨ ਆਫ ਇਨਕੁਆਇਰੀ ਨਹੀਂ ਬਣਾਉਂਦੇ, ਤੁਸੀਂ ਬਲਤੇਜ ਪੰਨੂ ਤੇ ਉਸਦੇ ਨਾਲ ਜੁੜੇ ਆਪਣੇ ਆਮ ਆਦਮੀ ਪਾਰਟੀ ਦੇ ਫੰਕਸ਼ਨਰੀਜ਼ ਦੀ ਕੋਈ ਲਾਇਬਿਲਿਟੀ ਫਿਕਸ ਨਹੀਂ ਕਰਦੇ ਹੋ, ਤੁਸੀਂ ਪੁਲਿਸ ਦੇ ਕਿਸੇ ਅਫਸਰ ਦੀ ਲਾਇਬਿਲਿਟੀ ਫਿਕਸ ਨਹੀਂ ਕਰਦੇ, ਤੁਸੀਂ ਕੋਈ ਕਾਰਵਾਈ ਨਹੀਂ ਕਰਦੇ। ਤੁਹਾਡਾ ਧਿਆਨ ਸਿਰਫ ਇੱਕ ਥਾਣੇ ਦੇ ਲੈਵਲ ਉੱਤੇ, ਕਹਿ ਲਈ ਇੱਕ ਜ਼ਿਲ੍ਹੇ ਦੇ ਪੁਲਿਸ ਦੇ ਲੈਵਲ ਉੱਤੇ ਸਿੱਟ ਬਣਾ ਕੇ ਇਹਨਾਂ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਲੱਭਣ ਦੇ ਵਿੱਚ ਹੈ। ਉਸਦੇ ਪਿੱਛੇ ਦੀ ਹੋਰ ਜਿਹੜੇ ਲੈਪਸਿਸ ਹੈਗੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਨਾ ਨਹੀਂ ਚਾਹ ਰਹੇ ਹੋ। ਲੇਕਿਨ ਔਨ ਦ ਟੌਪ ਆਫ ਇਟ ਤੁਸੀਂ ਵਿਧਾਨ ਸਭਾ ਦੇ ਵਿੱਚ, ਕਿਉਂਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ, ਸਰਕਾਰ ਨੂੰ ਲੱਗਦਾ ਕਿ ਕੇਸ ਠੰਡਾ ਹੁੰਦਾ ਜਾ ਰਿਹਾ ਨਾ, ਠੰਡਾ ਹੋ ਜਾਏਗਾ, ਉਹ ਸੀਵਿਆਂ ਦੀ ਜਿਹੜਾ ਸੇਕ ਹੈ ਠੰਡਾ ਹੋਏਗਾ ਤੇ ਉਸ ਤੋਂ ਬਾਅਦ ਫਿਰ ਨੈਰੇਟਿਵ ਨੂੰ ਚੇਂਜ ਕਰਨ ਵੱਲ ਤੁਰਾਂਗੇ। ਤੇ ਉਸੇ ਸੀਕੁਐਂਸ ਦੇ ਵਿੱਚ ਸਭ ਕੁਝ ਹੋਇਆ ਵੀ। ਸਭ ਤੋਂ ਪਹਿਲਾਂ ਜਨਾਬ ਅਮਨ ਅਰੋੜਾ ਸਾਹਿਬ ਵਿਧਾਨ ਸਭਾ ਦੇ ਵਿੱਚ ਇਹ ਕਹਿ ਦਿੰਦੇ ਨੇ ਕਿ ਇਸ ਤਰੀਕੇ ਦੀਆਂ ਸੁਰੱਖਿਆ ਦੀ ਡਿਟੇਲਸ ਤਾਂ ਆਮ ਉਮਨ ਪਬਲਿਕ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ, ਕੋਈ ਐਡੀ ਵੱਡੀ ਆਫਤ ਨਹੀਂ ਆ ਗਈ। ਤੁਸੀਂ ਇਮੈਜਿਨ ਕਰੋ ਕਿ ਇਹ ਸੂਰਤ ਹਾਲ ਸੀ ਤੇ ਇਹ ਉਹ ਵਾਲੀ ਪਾਰਟੀ ਹੈ ਜਿਸ ਦੇ ਕੋਲ ਜਵਾਬ ਨਹੀਂ ਸੀ 29 ਮਈ 2022 ਦੀ ਤੋਂ ਬਾਅਦ। ਲੇਕਿਨ ਇਹਨਾਂ ਦੇ ਲੀਡਰਾਂ ਦੇ ਵਿੱਚ, ਇਹਨਾਂ ਦੇ ਕੈਬਨਿਟ ਮਿਨਿਸਟਰਾਂ ਦੇ ਵਿੱਚ ਐਡੀ ਕੁ ਬੇਸ਼ਰਮੀ ਸੀ ਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਐਡੀ ਵੱਡੀ ਸਟੇਟਮੈਂਟ ਦਿੱਤੀ ਤੇ ਉਸ ਉੱਤੇ ਕਿਸੇ ਵੀ ਮੰਤਰੀ, ਕਿਸੇ ਵੀ ਇਨਫੈਕਟ ਚੀਫ ਮਿਨਿਸਟਰ ਨੂੰ ਉਸ ਬਿਆਨ ਤੋਂ ਪਿੱਛੇ ਹਟਣਾ ਚਾਹੀਦਾ ਸੀ, ਕਹਿਣਾ ਚਾਹੀਦਾ ਸੀ ਕਿ ਸਾਡੇ ਮੰਤਰੀ ਨੇ ਗਲਤ ਬਿਆਨ ਦਿੱਤਾ। ਲੇਕਿਨ ਅਗਲੀ ਜਿਹੜੀ ਕੜੀ ਜੁੜਨੀ ਸੀ ਉਹ ਤਾਂ ਕਲੀਅਰ ਹੀ ਹੋ ਗਈ। ਤੁਸੀਂ ਅਗਲੀ ਕੜੀ ਦੇਖੋ ਕਿ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਜਾਂਦੀ ਹੈ, ਉਸਨੂੰ ਗਲੈਮਰਾਈਜ਼ ਕਰਤਾ ਗਿਆ। ਪਿਛਲੇ 1 ਸਾਲ ਦੌਰਾਨ ਜਾਂ ਫਿਰ ਬੀਤ ਰਹੇ ਸਮੇਂ ਦੌਰਾਨ ਜਿਹੜੀ ਇੱਕ ਨੈਰੇਟਿਵ ਬਿਲਡਿੰਗ ਚੱਲਦੀ ਪਈ ਹੈ ਰੂਲਿੰਗ ਪਾਰਟੀ, ਸੱਤਾਧਾਰੀ ਧਿਰ ਦੇ ਪੱਖੋਂ, ਤੇ ਸੱਤਾਧਾਰੀ ਧਿਰ ਦਾ ਨਾਂ ਇਸ ਵਾਸਤੇ ਲੈਣਾ ਪੈਂਦਾ ਕਿਉਂਕਿ ਸਾਰੀਆਂ ਸ਼ਕਤੀਆਂ, ਤਾਕਤਾਂ ਸੱਤਾਧਾਰੀ ਧਿਰ ਕੋਲ ਹੁੰਦੀਆਂ ਨੇ। ਇਸ ਕੇਸ ਦੀ ਜਿਹੜੀ ਜਾਣਕਾਰੀਆਂ ਹੈ ਉਸ ਦੀ ਡਿਟੇਲਸ ਨੂੰ ਛੁਪਾਉਣ ਦਾ ਤੇ ਉਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਉਜਾਗਰ ਕਰਨ ਦਾ ਜਿਹੜਾ ਜ਼ਿੰਮਾ ਹੈ, ਜ਼ਿੰਮੇਦਾਰੀ ਹੈ, ਉਹ ਮੁੱਖ ਮੰਤਰੀ ਦੀ ਹੈ, ਜੋ ਕਿ ਪੰਜਾਬ ਦੇ ਗ੍ਰਹਿ ਮੰਤਰੀ ਨੇ, ਪੰਜਾਬ ਦੇ ਚੀਫ ਮਿਨਿਸਟਰ ਨੇ, ਪੰਜਾਬ ਦੇ ਇਸ ਵਕਤ ਜੇਲ੍ਹ ਮੰਤਰੀ ਵੀ ਨੇ। ਲੇਕਿਨ ਕੀ ਕੁਝ ਨਹੀਂ ਹੋ ਗਿਆ ਇਸ ਦੌਰ ਦੇ ਵਿੱਚ। ਇੱਕ ਡੀਜੀਪੀ ਨੂੰ ਤਾਂ ਤੁਸੀਂ ਇਹ ਕਹਿ ਕੇ ਕਿ ਲਾਅ ਐਂਡ ਆਰਡਰ ਵਿਵਸਥਾ ਦਾ ਬਹੁਤ ਪੱਠਾ ਵਹਿ ਗਿਆ, ਬਹੁਤ ਬੁਰਾ ਹਾਲ ਹੋ ਗਿਆ, ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ, ਡੀਜੀਪੀ ਨੂੰ ਤੁਸੀਂ ਲਾਂਬੇ ਕਰਤਾ। ਲੇਕਿਨ ਉਹ ਜਿਹੜਾ ਅਫੀਸ਼ੀਏਟਿੰਗ ਡੀਜੀਪੀ ਆਪਣੀ ਮਿਆਦ 6 ਮਹੀਨੇ ਦੀ, ਉਸ ਤੋਂ ਅੱਗੇ ਜਾ ਚੁੱਕਾ ਹੈ ਤੇ ਉਸ ਡੀਜੀਪੀ ਦੇ ਕਾਰਜਕਾਲ ਦੌਰਾਨ ਜਿਹੜੀਆਂ ਹੋ ਰਹੀਆਂ ਵਾਰਦਾਤਾਂ, ਗਤੀਵਿਧੀਆਂ, ਆ ਪਿਛਲੇ 4 ਦਿਨ ਪਹਿਲਾਂ ਜਿਹੜਾ ਸਠਿਆਲੇ ਪਿੰਡ ਦੇ ਵਿੱਚ ਮਰਡਰ ਹੋਇਆ ਹੈ, ਉਸ ਤਰੀਕੇ ਦੇ ਮਰਡਰ ਦੀ ਹੋਰ ਬਹੁਤ ਸੀਆਂ ਵਾਰਦਾਤਾਂ ਘਟਨਾਵਾਂ ਦੀ ਸ਼ਕਲ ਦੇ ਵਿੱਚ ਹਰ ਚੌਥੇ ਦਿਨ ਤੁਹਾਡੇ ਸਾਹਮਣੇ ਹੁੰਦੀਆਂ ਨੇ। ਸੋ ਹੁਣ ਲਾਅ ਐਂਡ ਆਰਡਰ ਦਾ ਹਵਾਲਾ ਬਣਾ ਕੇ ਕਿਉਂ ਇੱਕ ਅਫੀਸ਼ੀਏਟਿੰਗ ਡੀਜੀਪੀ ਨੂੰ ਡੀਜੀਪੀ ਲਾ ਰੱਖਿਆ, ਹੁਣ ਕਿਉਂ ਡੀਜੀਪੀ ਚੇਂਜ ਨਹੀਂ ਕੀਤਾ ਜਾਂਦਾ? ਸਰਕਾਰਾਂ ਦੇ ਜਿਹੜੇ ਇਰਾਦੇ ਹੈਗੇ ਨੇ ਕਿ ਸਹੀ ਤਰੀਕੇ ਦੇ ਨਾਲ ਕੇਸਿਸ ਦੀ ਇਨਵੈਸਟੀਗੇਸ਼ਨ ਕਰਨਾ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਹਤਰ ਕਰਨਾ ਹੈ, ਜਾਂ ਫਿਰ ਹਮੇਸ਼ਾ ਹੀ ਸਰਕਾਰਾਂ ਚਾਹੇ ਕਿਸੇ ਵੀ ਪਾਰਟੀਆਂ ਦੀਆਂ ਹੋਣ, ਉਹਨਾਂ ਦਾ ਕੰਮ ਅਜਿਹੀਆਂ ਘਟਨਾਵਾਂ ਦੇ ਉੱਤੇ ਪਰਦੇ ਪਾਣਾ ਹੀ ਹੁੰਦਾ, ਕਵਰ ਅਪ ਕਰਨ ਦੀ ਹੀ ਪੂਰੀ ਦੀ ਪੂਰੀ ਜਿਹੜੀ ਜੁਗਾੜ ਲਗਾਉਣ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ। ਤੇ ਘੱਟੋ ਘੱਟ ਇਸ ਸਰਕਾਰ ਦੇ ਨਾਲ ਤਾਂ ਇਹ ਚੀਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤੇ ਐਡਾ ਵੱਡਾ ਮਰਡਰ ਕੇਸ ਹੈ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਨਾ ਸਿਰਫ ਪੰਜਾਬ ਦਾ ਬਲਕਿ ਭਾਰਤ ਦਾ ਇੱਕ ਅਜਿਹਾ ਮਰਡਰ ਕੇਸ ਤੁਸੀਂ ਕੱਢ ਕੇ ਦੇਖ ਲਓ। ਅਤੀਕ ਜਿਹੜਾ ਅਹਿਮਦ ਮਾਰਿਆ ਹੈ, ਇਸ ਤੋਂ ਪਹਿਲਾਂ ਤੇ ਇਹਨਾਂ ਤਮਾਮ 20-25 ਸਾਲਾਂ ਦੇ ਵਿੱਚ ਇੰਡੀਆ ਦੀ ਹਿਸਟਰੀ ਕੱਢ ਕੇ ਵੇਖੋ ਤੇ ਦੇਖੋ ਕਿ ਕੋਈ ਐਡੇ ਵੱਡੇ ਲੈਵਲ ਦਾ ਬੰਦਾ ਇਸ ਤਰੀਕੇ ਦੀ ਅਸੈਸੀਨੇਸ਼ਨ ਹੇਠ ਮਾਰਿਆ ਗਿਆ ਹੋਵੇ ਤੇ ਉਸ ਦੀ ਜਿਹੜਾ ਕਤਲ ਦੀ ਘਟਨਾ ਹੈ, ਈਵਨ ਅਤੀਕ ਅਹਿਮਦ ਦੇ ਵਿੱਚ ਕਿਹੜਾ ਕੋਈ ਫਿਰ ਇਨਵੈਸਟੀਗੇਸ਼ਨ ਹੋ ਰਹੀ ਹੋਣੀ ਹੈ, ਬਟ ਲੈਟ ਇਟ ਬੀ, ਆਪਾਂ ਉਸ ਦੀ ਗੱਲ ਅੱਜ ਨਹੀਂ ਕਰਾਂਗੇ। ਲੇਕਿਨ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ ਇਨਵੈਸਟੀਗੇਸ਼ਨ ਕਿੱਥੇ ਖੜੀ ਹੈ? ਗੋਲਡੀ ਬਰਾੜ ਵੱਲੋਂ ਜਿਹੜੀ ਜਾਣਕਾਰੀ ਮੈਨੂੰ ਦਿੱਤੀ ਗਈ, ਅੱਜ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਮਲਟੀਪਲ ਏਜੰਸੀਆਂ ਵੱਲੋਂ ਕੀਤੀ ਗਈ ਇਨਵੈਸਟੀਗੇਸ਼ਨ ਉਸੇ ਆਧਾਰ ਉੱਤੇ ਚੱਲਦੀ ਪਈ ਹੈ ਤੇ ਉਹ ਆਪਣੇ ਆਪ ਵਿੱਚ ਠੀਕ ਟਰੈਕ ਵੀ ਹੈ। ਮੈਂ ਇਹ ਨਹੀਂ ਕਹਾਂਗਾ ਕਿ ਇੱਕ ਗਲਤ ਟਰੈਕ ਹੈ, ਲੇਕਿਨ ਇਸ ਮਾਮਲੇ ਦੀ ਇੱਕ ਸਰਬਪੱਖੀ ਜਾਂਚ ਜਿਸ ਨੂੰ ਕਿਹਾ ਜਾਂਦਾ, ਅੱਗੇ ਪਿੱਛੇ, ਲੈਫਟ ਰਾਈਟ ਸੈਂਟਰ, ਤੁਸੀਂ ਹਰ ਐਸਪੈਕਟ ਨੂੰ ਫਰੋਲਣਾ ਹੈ। ਭਵਿੱਖ ਦੇ ਵਿੱਚ ਇਹ ਘਟਨਾਵਾਂ ਨਾ ਹੋ ਸਕਣ, ਉਹਨਾਂ ਦਾ ਵੀ ਤੁਸੀਂ ਧਿਆਨ ਰੱਖਣਾ ਹੈ। ਸੋ ਇੱਕ ਕਮਿਸ਼ਨ ਆਫ ਇਨਕੁਆਇਰੀ ਨਹੀਂ ਬਣ ਰਿਹਾ, ਤੁਸੀਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਕੇਸ ਨਹੀਂ ਦੇ ਰਹੇ ਹੋ, ਤੇ ਉਲਟਾ ਜੋ ਤੁਹਾਡੀ ਪੁਲਿਸ ਕਰਦੀ ਪਈ ਹੈ ਜਾਂ ਤੁਹਾਡਾ ਜੋ ਨਿਜ਼ਾਮ ਦੇ ਵਿੱਚ ਹੁੰਦਾ ਪਿਆ ਹੈ, ਉਹ ਇੱਕ ਮੈਸਿਵ ਕਵਰ ਅਪ ਐਕਸਰਸਾਈਜ਼ ਹੈ। ਐਂਡ ਟੌਪ ਆਫ ਇਟ ਹੁਣ ਜਿਹੜਾ ਇੱਕ ਨੈਰੇਟਿਵ ਨੂੰ ਨਵੇਂ ਸਿਰੇ ਤੋਂ ਘੁਮਾਉਣ ਦੀ ਕੋਸ਼ਿਸ਼ ਹੈ। ਇੱਕ ਜਿਹੜੇ ਸਬ ਇੰਸਪੈਕਟਰ ਹੈਗੇ ਨੇ ਸਤਪਾਲ ਗਿੱਲ, ਮੇਰੇ ਜਾਣਕਾਰ ਹੈਗੇ ਨੇ, ਪਹਿਲਾਂ ਵੀ ਮੇਰੇ ਨਾਲ ਰਾਬਤੇ ਵਿੱਚ ਰਹੇ ਨੇ, ਉਹਨਾਂ ਨੇ ਪਿੱਛੇ ਇੱਕ ਵੀਡੀਓ ਬਣਾਈ ਜਿਸ ਵਿੱਚ ਇਹ ਜ਼ਿਕਰ ਕੀਤਾ ਕਿ ਬੰਬੀਹੇ ਗੈਂਗ ਦੇ ਨਾਲ ਕਿਹਦੇ ਇਸ਼ਾਰਾ ਕੀਤਾ, ਸੰਸੇ ਕ੍ਰੀਏਟ ਕੀਤੇ। ਮੈਂ ਬਾਰ-ਬਾਰ ਇਹ ਕਹਿਣਾ ਕਿ ਮੈਂ ਆਪਣੇ ਵੀਡੀਓਜ਼ ਦੇ ਵਿੱਚ ਸੰਸੇ ਨਹੀਂ ਕ੍ਰੀਏਟ ਕਰਨਾ ਚਾਹੁੰਦਾ, ਨਾ ਮੈਂ ਕਦੀ ਕੀਤੇ ਨੇ। ਮੈਂ ਲੌਜੀਕਲ ਪੁਆਇੰਟ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦਾ। ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਤੇ ਕਈ ਬਹੁਤ ਜ਼ੋਖਿਮ ਭਰੀਆਂ ਜਾਣਕਾਰੀਆਂ ਹੁੰਦੀਆਂ ਨੇ, ਉਹ ਵੀ ਤੁਹਾਡੇ ਤੱਕ ਜੋ ਹੁੰਦਾ ਮੈਂ ਦੱਸ ਦਿੰਦਾ ਤੇ ਉਸ ਤੋਂ ਬਾਅਦ ਉਹ ਸਹੀ ਨਿਕਲੇ ਗਲਤ ਨਿਕਲੇ ਉਹ ਇੱਕ ਵੱਖਰਾ ਪੱਖ ਹੁੰਦਾ। ਲੇਕਿਨ ਤੁਸੀਂ ਸੰਸੇ ਕ੍ਰੀਏਟ ਕਰੀ ਜਾਓ। ਇਹ ਜਿਹੜੇ ਸਬ ਇੰਸਪੈਕਟਰ ਨੇ ਵੀ ਸੰਸਾ ਕ੍ਰੀਏਟ ਕਰਨ ਦੀ ਹੀ ਕੋਸ਼ਿਸ਼ ਕੀਤੀ, ਉਹੀ ਨੈਰੇਟਿਵ ਜਿਸ ਦੇ ਵਿੱਚ ਕਿ ਤੁਸੀਂ ਬੰਬੀਹੇ ਗੈਂਗ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਜੋੜਤਾ। ਦੇਖੋ
ਜਾਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਬਹੁਤ ਸੇ ਲੋਕ ਕਰਨਗੇ, ਭਵਿੱਖ ਦੇ ਵਿੱਚ ਵੀ ਇਹੋ ਜਿਹੀ ਇੰਟਰਵਿਊਜ਼ ਹੋਣਗੀਆਂ, ਸਭ ਗੱਲਾਂ ਬਾਤਾਂ ਹੋਣਗੀਆਂ, ਠੀਕ ਹੈ, ਚਲੋ ਜੋ ਹੋ ਰਿਹਾ ਉਸ ਨੂੰ ਵੀ ਹੋਣ ਦਿਓ। ਮੈਂ ਤਾਂ ਕਹਿਣਾ ਹੈ ਆਪਣੇ ਵੀਡੀਓਜ਼ ਦੇ ਵਿੱਚ ਜੇ ਮਨਦੀਪ ਢਾਲੀਵਾਲ ਦੀ ਗੱਲ ਕਰਨੀ ਸੀ, ਜੇ ਅਫਸਾਨਾ ਖਾਨ ਦਾ ਜ਼ਿਕਰ ਕਰਨਾ ਸੀ, ਜੇ ਆਪਾਂ ਕਿਸੇ ਹੋਰ ਪੱਖੋਂ ਮੋਹਾਲੀ ਦੇ ਹੋਟਲ ਦੇ ਵਿੱਚ ਜਿਹੜਾ ਮੁੰਡਾ ਮਾਰਿਆ ਜਾਂਦਾ ਤੇ ਜਿਸ ਦੀ ਕਿਹਾ ਜਾਂਦਾ ਕਿ ਉਹ ਜਿਹੜੀ ਗੋਲੀ ਚੱਲੀ ਸੀ ਸਿੱਧੂ ਮੂਸੇਵਾਲਾ ਦੇ ਕਥਿਤ ਤੌਰ ਤੇ ਉਹਦੇ ਪਿਸਤੌਲ ਤੋਂ ਚੱਲੀ ਸੀ, ਇਹ ਸਾਰੀ ਗੱਲਾਂ ਬਾਤਾਂ ਦਾ ਜ਼ਿਕਰ ਤਾਂ ਮੈਂ ਕੀਤਾ। ਹੁਣ ਜੇ ਲੋਕ ਨਿਕਲ ਕੇ ਖੁੱਡਾਂ ਦੇ ਵਿੱਚੋਂ ਆ ਰਹੇ ਨੇ ਤੇ ਦੱਸਣ ਦੀ ਕੋਸ਼ਿਸ਼, ਸਾਬਤ ਕਰਨ ਦੀ ਇਹ ਕੋਸ਼ਿਸ਼ ਕਰਦੇ ਪਏ ਨੇ ਜੀ ਕਿ ਸਿੱਧੂ ਮੂਸੇਵਾਲਾ ਦੇ ਗੈਂਗਸ ਤੇ ਗੈਂਗਸਟਰ ਦੇ ਨਾਲ ਤਾਲੁਕ ਸੀ, ਸੰਪਰਕ ਸੀ, ਤਾਂ ਉਹਨਾਂ ਨੂੰ ਖੁੱਲ੍ਹ ਕੇ ਸਬੂਤ ਲੈ ਕੇ ਤੱਥਾਂ ਦੇ ਨਾਲ ਉਤਰਨਾ ਚਾਹੀਦਾ, ਮੈਦਾਨ ਦੇ ਵਿੱਚ ਆਉਣਾ ਚਾਹੀਦਾ। ਤੇ ਮੈਂ ਵੀ ਉਤਰਾਂਗਾ ਜਿੱਦਣ ਮੇਰੇ ਕੋਲ ਇਸ ਚੀਜ਼ ਦੀ ਜਾਣਕਾਰੀ, ਪੱਕੀ ਪੁਖਤਾ ਜਾਣਕਾਰੀ ਹੋਏ। ਸੋ ਅਜਿਹਾ ਨਹੀਂ ਹੈ ਕਿ ਗੱਲਬਾਤ ਹਮੇਸ਼ਾ ਇੱਕ ਤਰਫਾ ਹੋਵੇ, ਸਿੱਧੂ ਦੇ ਹੱਕ ਤੇ ਪੱਖ ਦੇ ਵਿੱਚ ਹੀ ਹਮੇਸ਼ਾ ਨੈਰੇਟਿਵ ਰਹੇ। ਜੇ ਕੋਈ ਅਜਿਹੀਆਂ ਗੱਲਾਂ ਬਾਤਾਂ, ਕੁਝ ਅਜਿਹੇ ਕਿਰਦਾਰ, ਕੁਝ ਅਜਿਹੇ ਲੋਕਾਂ ਦਾ ਜ਼ਿਕਰ ਕਰਨ ਦੀ ਲੋੜ, ਗੁੰਜਾਇਸ਼ ਪਹਿਲਾਂ ਬਣੀ ਹੈ, ਚਾਹੇ ਉਹ ਮਨਦੀਪ ਧਾਲੀਵਾਲ ਹੋਏ, ਚਾਹੇ ਉਹ ਸ਼ਗਨਪ੍ਰੀਤ ਹੋਵੇ, ਆਪਾਂ ਪਹਿਲਾਂ ਵੀ ਸਹੀ ਰੌਸ਼ਨੀ, ਸਹੀ ਨਜ਼ਰੀਏ ਦੇ ਨਾਲ ਉਸ ਨਾਲ ਗੱਲਾਂ ਬਾਤਾਂ ਨੂੰ ਆਪਣੀ ਰਿਪੋਰਟ ਦੇ ਵਿੱਚ ਸ਼ਾਮਲ ਕੀਤਾ ਹੈ, ਕਰਦੇ ਰਹਾਂਗੇ। ਲੇਕਿਨ ਅੱਜ ਜਦੋਂ ਇੱਕ ਪੈਰਲਲ ਨੈਰੇਟਿਵ ਬਿਲਡਿੰਗ ਦੀ ਵੀ ਕੋਸ਼ਿਸ਼ਾਂ ਨਾਲ ਹੋ ਰਹੀਆਂ ਨੇ ਤੇ ਇਸ ਪੂਰੇ ਦੇ ਪੂਰੀ ਸਿਚੁਏਸ਼ਨ ਨੂੰ ਡਿਫਿਊਜ਼ ਕਰਨ ਲਈ ਮੈਂ ਤਾਂ ਇਸ ਨੂੰ ਕਹਾਂਗਾ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਕਹਿ ਲਓ ਜਾਂ ਕੋਈ ਪੋਲੀਟੀਕਲ ਸੋਚ ਹੀ ਹੋਏਗੀ, ਜੋ ਕਿ ਹੁਣ ਸਿੱਧੂ ਮੂਸੇਵਾਲਾ ਦੇ ਅੰਸਰਾਂ ਦੇ ਨਾਲ, ਇਸ ਤਰੀਕੇ ਦੇ ਕ੍ਰਿਮੀਨਲ ਐਲੀਮੈਂਟਸ ਦੇ ਨਾਲ ਸੰਪਰਕਾਂ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਉਭਾਰ ਕੇ ਉਸ ਪੂਰੇ ਦੇ ਪੂਰੇ ਮੂਵਮੈਂਟ ਨੂੰ ਡਾਊਨ ਕਰਨਾ ਚਾਹ ਰਹੀ ਹੈ, ਜੋ ਕਿ #ਜਸਟਿਸ ਫॉर ਸਿੱਧੂ ਮੂਸੇਵਾਲਾ ਦੇ ਨਾਂ ਉੱਤੇ ਪਿਛਲੇ 1 ਸਾਲ ਤੋਂ ਚੱਲਦੀ ਪਈ ਹੈ। ਮੈਂ 1 ਮਿੰਟ ਲਈ ਵੀ ਮੰਨ ਲੈਂਦਾ ਕਿ ਜੇ ਉਹ ਲੋਕ ਇਸ ਤਰੀਕੇ ਦੇ ਨੈਰੇਟਿਵ ਨੂੰ ਲੈ ਕੇ ਤੁਰਦੇ ਪਏ ਨੇ, ਉਹਨਾਂ ਕੋਲ ਕੁਝ ਅਜਿਹੇ ਤੱਥ ਹੋ ਸਕਦੇ ਨੇ, ਕੋਈ ਅਜਿਹੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ ਜੋ ਕਿ ਅਜੇ ਤੱਕ ਤਾਂ ਮੇਰੀ ਜਾਣਕਾਰੀ ਵਿੱਚ ਆਈਆਂ ਨਹੀਂ। ਲੇਕਿਨ ਚਲੋ ਜੇ 1 ਮਿੰਟ ਲਈ ਮੰਨ ਲਈਏ ਸਭ ਕੁਝ ਅਵੇਲੇਬਲ ਹੈ, ਐਗਜ਼ਿਸਟ ਕਰਦੇ ਨੇ ਅਜਿਹੀ ਗੱਲਾਂ ਬਾਤਾਂ ਜਾਂ ਤੱਥ, ਤਾਂ ਫਿਰ ਵੀ ਕੀ ਕਿਸੇ ਗੈਂਗਸਟਰ ਨੂੰ, ਕ੍ਰਿਮੀਨਲ ਨੂੰ ਦਿਨ ਦਹਾੜੇ ਸ਼ਰੇਆਮ ਇਸ ਤਰੀਕੇ ਦੇ ਦਰਦਨਾਕ ਹਾਦਸੇ ਜਾਂ ਵਾਰਦਾਤ ਦੇ ਵਿੱਚ ਸਿੱਧੂ ਮੂਸੇਵਾਲਾ ਜਾਂ ਕਿਸੇ ਵੀ ਸ਼ਖਸ ਨੂੰ ਗੋਲੀਆਂ ਮਾਰਨ ਦਾ, ਗੋਲੀਆਂ ਮਾਰ ਕੇ ਪੁੰਨ ਦੇਣ ਦਾ ਹੱਕ ਹੈ? ਅੱਜ ਅਜਿਹੇ ਬਹੁਤ ਹੀ ਖਤਰਨਾਕ ਕ੍ਰਿਮੀਨਲ ਜਿਨ੍ਹਾਂ ਨੇ ਕਈ ਮਰਡਰ ਕੀਤੇ ਹੋਣ, ਬੰਬ ਧਮਾਕੇ ਕੀਤੇ ਹੋਣ, ਅੱਜ ਉਹਨਾਂ ਦੀਆਂ ਵੀ ਸਜ਼ਾਵਾਂ ਨੂੰ ਕਟੇਲ ਕਰਤਾ ਗਿਆ ਹੈ, ਡਾਇਲਿਊਟ ਕਰਤਾ ਗਿਆ ਹੈ। ਮੌਤ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਦੇ ਵਿੱਚ ਬਦਲਤਾ ਜਾਂਦਾ ਹੈ ਤੇ ਉਮਰ ਕੈਦ ਦੀਆਂ ਸਜ਼ਾਵਾਂ ਦੇ ਵਿੱਚ ਵੀ ਬਾਅਦ ਦੇ ਵਿੱਚ ਸਜ਼ਾ ਮੁਆਫੀ ਤੱਕ ਗੱਲ ਜਾਂਦੀ ਹੈ ਤੇ ਸਜ਼ਾ ਮਾਫ ਹੁੰਦੀ ਵੀ ਹੈ। ਉਹਨਾਂ ਸਥਿਤੀਆਂ ਦੇ ਵਿੱਚ ਕੀ ਕਿਸੇ ਸ਼ਖਸ ਨੂੰ ਸੜਕ ਦੇ ਉੱਤੇ ਇਸ ਤਰੀਕੇ ਦੇ ਨਾਲ ਗੋਲੀ ਮਾਰਨਾ, ਉਹ ਵੀ ਇੱਕ ਸ਼ਖਸ ਜੋ ਕਿ ਇੱਕ ਟੈਲੈਂਟ, ਕੋਈ ਇਸ ਤਰੀਕੇ ਦੇ ਡਿਫਰੈਂਸਿਸ ਹੋ ਸਕਦੇ ਨੇ। ਦੇਖੋ ਹਲੇ ਕਹਾਣੀ ਖਤਮ ਨਹੀਂ ਹੋਈ ਹੈ। ਜੇ ਪੁਲਿਸ ਦੀਆਂ ਪੜਤਾਲਾਂ ਜਾਰੀ ਨੇ, ਜੇ ਕਮਿਸ਼ਨ ਆਫ ਇਨਕੁਆਇਰੀ ਜੇ ਨਹੀਂ ਬਿਠਾਏ ਗਏ, ਚਲੋ ਭਵਿੱਖ ਦੀਆਂ ਸਰਕਾਰਾਂ ਬਿਠਾ ਦੇਣਗੀਆਂ, ਕੁਛ ਨਾ ਕੁਛ ਅੱਗੇ ਤੁਰਨਾ, ਤੇ ਸਾਡੀਆਂ ਇਨਵੈਸਟੀਗੇਸ਼ਨਸ ਵੀ ਜਾਰੀ ਨੇ। ਬਹੁਤ ਸੀ ਚੀਜ਼ਾਂ, ਬਹੁਤ ਸੇ ਦਾਅਵੇ ਜੋ ਕਿ ਚਾਹੇ ਟੈਲੀਵਿਜ਼ਨ ਦੀ ਇੰਟਰਵਿਊਜ਼ ਦੇ ਵਿੱਚ ਕੀਤੇ ਗਏ ਹੋਣ, ਚਾਹੇ ਸਾਡੇ ਨਾਲ ਟੈਲੀਫੋਨਾਂ ਉੱਤੇ ਕੀਤੇ ਗਏ ਹੋਣ, ਉਹਨਾਂ ਦਾਅਵਿਆਂ ਦੀ ਗਹਿਰਾਈ ਨੂੰ ਪਰਖਣ ਦਾ ਇੱਕ ਹਮੇਸ਼ਾ ਸਕੋਪ ਰਹੇਗਾ, ਗੁੰਜਾਇਸ਼ ਰਹੇਗਾ, ਤੇ ਉਹ ਕੰਮ ਮੈਂ ਕਰਦਾ ਰਹਾਂਗਾ। ਘੱਟੋ ਘੱਟ ਆਪਣੇ ਇਸ ਚੈਨਲ ਦੇ ਉੱਤੇ ਇਹ ਕੰਮ ਬਿਲਕੁਲ ਜਾਰੀ ਰੱਖਾਂਗੇ। ਅੱਜ ਪਰਨਾਲਾ ਉੱਥੇ ਦਾ ਉੱਥੇ ਹੀ ਖੜਾ ਹੈ। ਮੈਂ ਤਾਂ ਇਹੀ ਕਹਾਂਗਾ, ਠੀਕ ਹੈ, ਪੰਜਾਬ ਪੁਲਿਸ, AGTF, ਸਾਡੇ ਜਿਹੜੇ ਪੁਲਿਸ ਅਫਸਰਾਂ ਨੇ, ਚਾਹੇ ਉਹ ਐਨਕਾਊਂਟਰ ਹੋਣ ਮਨਪ੍ਰੀਤ ਮਾਨੂ ਦਾ ਜਾਂ ਜਗਰੂਪ ਰੂਪੇ ਦਾ, ਜਾਂ ਫਿਰ ਇਹਨਾਂ ਗੈਂਗਸਟਰਾਂ ਦੀ ਜਿਹੜੀ ਧਰਪਕੜ ਦਿੱਲੀ ਪੁਲਿਸ ਵੱਲੋਂ ਕੀਤੀ ਗਈ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ, ਇਹ ਸਾਰੀ ਦੀ ਸਾਰੀ ਕਾਰਵਾਈਆਂ ਲਈ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਸ਼ਾਬਾਸ਼ੀ ਦੇਣੀ ਬਣਦੀ ਹੈ, ਉਹਨਾਂ ਪੁਲਿਸ ਅਫਸਰਾਂ ਦਾ ਧੰਨਵਾਦ ਕਰਨਾ ਬਣਦਾ ਹੈ। ਬਹੁਤ ਸੇ ਲੋਕ ਦਿਨ ਰਾਤ ਇਹਨਾਂ ਕੇਸਾਂ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਨੇ। ਅਸੀਂ ਪੂਰੀ ਦੀ ਪੂਰੀ ਐਫਰਟ ਨੂੰ ਜ਼ੀਰੋ ਨਾ ਸਮਝੀਏ, ਇਹ ਜ਼ੀਰੋ ਨਹੀਂ ਹੈ, ਲੇਕਿਨ ਸਰਕਾਰਾਂ ਦੇ ਪੱਖ ਤੋਂ, ਪੋਲੀਟੀਕਲ ਪੱਖ ਤੋਂ, ਸੱਤਾਧਾਰੀ ਧਿਰ ਦੇ ਪੱਖ ਤੋਂ ਜਿੰਨਾ ਤੁਸੀਂ ਲੱਭ ਪਾਏ ਹੋ, ਜਿੰਨਾ ਤੁਸੀਂ ਕੱਢਿਆ ਹੈ, ਉਸ ਤੋਂ ਜ਼ਿਆਦਾ ਛੁਪਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਤੁਸੀਂ 1 ਸਾਲ ਦੌਰਾਨ ਕੀਤੀਆਂ ਨੇ, ਉਹ ਬਹੁਤ ਮੰਦਭਾਗੀਆਂ ਨੇ। ਠੀਕ ਹੈ, ਇਸ ਚੀਜ਼ ਨੂੰ ਮੰਨਿਆ ਜਾ ਸਕਦਾ ਹੈ ਕਿ one has to move on, life must go on, the show must go on, ਜ਼ਿੰਦਗੀ ਨੂੰ ਅੱਗੇ ਤੁਰਨਾ ਪਏਗਾ। ਉਸ ਦਰਦ ਦੇ ਵਿੱਚ, ਉਸ ਸੰਤਾਪ ਦੇ ਵਿੱਚ ਹਮੇਸ਼ਾ ਰਿਹਾ ਨਹੀਂ ਜਾ ਸਕਦਾ। ਪਰਿਵਾਰਾਂ ਦੀ ਸਥਿਤੀ ਆਪਣੀ ਹੁੰਦੀ ਹੈ, ਫੈਨਸ ਦੀ ਸਥਿਤੀ ਆਪਣੀ, ਇਮੋਸ਼ਨਲ ਅਵਸਥਾ ਹੁੰਦੀ ਹੈ, ਲੇਕਿਨ ਸਾਡੇ ਤੁਹਾਡੇ ਵਰਗੇ ਜਿਹੜੇ ਐਨਾਲਿਸਟ ਹੈਗੇ ਨੇ, ਲੋਕ ਹੈਗੇ ਨੇ, ਆਬਜ਼ਰਵਰ ਨੇ, ਚਿੰਤਕ ਨੇ, ਸਰਕਾਰਾਂ ਨੇ, ਜਿਹੜੇ ਸਾਡਾ ਐਸਟੈਬਲਿਸ਼ਮੈਂਟ ਹੈ, ਡਿਸੀਜਨ ਮੇਕਰ, ਪਾਲਿਸੀ ਮੇਕਰਸ ਨੇ, ਪੁਲਿਸ ਹੈ, ਉਹਨਾਂ ਦਾ ਕੰਮ ਹੈ ਇੱਕ ਸਹੀ ਵਿਵਸਥਾ, ਇੱਕ ਸਹੀ ਕਾਨੂੰਨ ਤੇ ਵਿਵਸਥਾ ਨੂੰ ਦੇਣਾ, ਇਸ ਤਰੀਕੇ ਦੇ ਅਪਰਾਧਾਂ ਦੀ ਜੜ ਤੱਕ ਜਾਣਾ ਤੇ ਭਵਿੱਖ ਦੇ ਵਿੱਚ ਇਹ ਨਾ ਘਟਨਾਵਾਂ, ਵਾਰਦਾਤਾਂ ਵਾਪਰਨ, ਇਸ ਚੀਜ਼ ਦਾ ਪੱਕਾ ਇਲਾਜ ਦੇਣਾ। ਅੱਜ ਉਸ ਦੇ ਵਿੱਚ ਸਾਡਾ ਪੂਰਾ ਦਾ ਪੂਰਾ ਤੰਤਰ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਹਦੇ ਪਿੱਛੇ ਦੀ ਕੀ ਮਜਬੂਰੀਆਂ ਨੇ, ਕੀ ਅਜਿਹੀਆਂ ਸਿਆਸੀ ਕਮਜ਼ੋਰੀਆਂ ਹੈਗੀਆਂ ਨੇ, ਇਹ ਤਾਂ ਹੁਣ ਹੁਕਮਰਾਨ ਜਾਂ ਜਿਹੜੇ ਹਾਕਮ ਹੈਗੇ ਨੇ ਉਹੀ ਇਸ ਦਾ ਜਵਾਬ ਦੇ ਸਕਦੇ ਨੇ। ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੇਰੀ ਕੋਸ਼ਿਸ਼ ਇਹ ਸੀ ਕਿ ਆਪਾਂ ਇਹ ਸਮਝ ਸਕੀਏ ਕਿ ਇਸ 1 ਸਾਲ ਦੇ ਵਿੱਚ ਜਿੰਨਾ ਕੁਝ ਹੋਇਆ ਹੈ ਉਸ ਨਾਲੋਂ ਬਹੁਤ ਕੁਝ ਹੋਣਾ ਬਾਕੀ ਹੈ। ਇਕੱਲੇ ਗੋਲਡੀ ਬਰਾੜ ਉੱਥੇ ਤੱਕ ਆਪਣੀ ਸੂਈ ਅਟਕਾ ਕੇ ਜੇ ਰੱਖੋਗੇ, ਮੈਨੂੰ ਨਹੀਂ ਲੱਗਦਾ ਤੁਸੀਂ ਲਾਰਜਰ ਜਸਟਿਸ ਫॉर ਸਿੱਧੂ ਮੂਸੇਵਾਲਾ ਨੂੰ ਅਚੀਵ ਕਰ ਪਾਓਗੇ। ਤੇ ਇਕੱਲੀ ਗੱਲ ਸਿੱਧੂ ਮੂਸੇਵਾਲਾ ਦੀ ਵੀ ਨਹੀਂ ਹੈ, ਬਲਕਿ ਪੰਜਾਬ ਦਾ ਇੱਕ ਬਹੁਤ ਵੱਡਾ ਸੰਗੀਤ ਜਗਤ ਹੈ। ਅੱਜ ਉਹ ਸਾਰੇ ਖੌਫਜ਼ਦਾ ਹੈਗੇ ਨੇ। ਜਿਹੜੇ ਭੰਗੜੇ ਤੁਸੀਂ ਗੈਂਗਸਟਰਾਂ ਦੇ, ਅਨਮੋਲ ਬਿਸ਼ਨੋਈ ਵਰਗਿਆਂ ਦੇ ਗਾਇਕਾਂ, ਫਨਕਾਰਾਂ, ਕਰਨ ਔਜਲੇ ਵਰਗਿਆਂ ਦੇ ਨਾਲ ਪੈਂਦੇ ਵੇਖਦੇ ਹੋ, ਇਹਨਾਂ ਦੇ ਪਿੱਛੇ ਕੀ ਮਜਬੂਰੀਆਂ, ਕੀ ਕਮਜ਼ੋਰੀਆਂ ਹੁੰਦੀਆਂ ਨੇ, ਇਸ ਦਾ ਅੰਦਾਜ਼ਾ ਤੁਸੀਂ ਸ਼ਾਇਦ ਨਹੀਂ ਲਾ ਸਕਦੇ।
दो चार नहीं बल्कि ये बहुत लंबी चौड़ी अजिही लिस्ट ਤੇ ਫਹਿਰਿਸਤ ਹੈ। ਲੇਕਿन हर चीज़ पब्लिक डोमेन ਦੇ ਵਿੱਚ ਸ਼ੇਅਰ ਨਹੀਂ ਕੀਤੀ ਜਾ ਸਕਦੀ ਜਦ ਤੱਕ ਉਸ ਦਾ ਕੋਈ ਇੰਪੋਰਟੈਂਟ ਸਿਗਨੀਫੀਕੈਂਟ ਸੰਦਰਭ ਨਾ ਜੁੜਦਾ ਹੋਵੇ। ਲੇਕਿਨ ਅੱਜ ਦੀ ਇਸ ਗੱਲਬਾਤ ਦੇ ਵਿੱਚ ਜਾਂਦੇ ਜਾਂਦੇ ਮੈਂ ਇਸ ਗੱਲ ਨੂੰ ਇਸੇ ਚੀਜ਼ ਉੱਤੇ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਇਹ 1 ਸਾਲ ਜਿਸ ਦੌਰਾਨ ਪੰਜਾਬ ਨੇ ਪੂਰੀ ਦੁਨੀਆ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੀ ਜਿਹੜੀ ਇਨਵੈਸਟੀਗੇਸ਼ਨ ਜਿਸ ਤਰੀਕੇ ਦੇ ਨਾਲ ਪੜਾਅ ਦਰ ਪੜਾਅ ਗੱਲਾਂ ਬਾਤਾਂ ਅੱਗੇ ਤੁਰੀਆਂ ਨੇ, ਸੱਤਾਧਾਰੀ ਧਿਰ ਦਾ ਜਿਹੜਾ ਵਤੀਰਾ ਹੈ ਉਸ ਦੇ ਵਿੱਚ ਜਿਹੜੇ ਸਟੈਂਡ ਦੇ ਵਿੱਚ ਫਰਕ ਪਏ ਹੈਗੇ ਨੇ। ਗੱਲਬਾਤ ਇੱਕ ਬਹੁਤ ਸਿੰਪਲ ਤੇ ਸਧਾਰਨ ਹੈ ਕਿ ਤੁਹਾਡੇ ਕਾਰਜਕਾਲ ਦੌਰਾਨ ਇੱਕ ਵੱਡੀ ਵਾਰਦਾਤ ਹੈ, ਉਸ ਦੀ ਗਹਿਰਾਈ ਤੱਕ ਪਹੁੰਚਣ ਨੂੰ ਅੱਗੇ ਪਿੱਛੇ ਹਰ ਤਰੀਕੇ ਦੇ ਨਾਲ ਇੱਕ ਘਟਨਾ ਤੋਂ ਕਈ ਵਾਰ ਇੱਕ ਬਹੁਤ ਵੱਡੇ ਸਿਸਟਮ ਦੇ ਵਿੱਚ ਸੁਧਾਰ ਕਰਨ ਦਾ ਇੱਕ ਰਸਤਾ ਵੀ ਪੱਧਰਾ ਹੁੰਦਾ ਹੈ, ਮੌਕੇ ਹੁੰਦੇ ਨੇ, ਓਪੋਰਚੁਨਿਟੀਜ਼ ਹੁੰਦੀਆਂ ਨੇ। ਤੁਹਾਨੂੰ ਰੱਬ ਨੇ ਇਸ ਮੰਦਭਾਗੀ ਘਟਨਾ ਦੇ ਵਿੱਚ ਉਹ ਮੌਕਾ ਦਿੱਤਾ ਹੈ, ਤੁਸੀਂ ਉਸ ਮੌਕੇ ਨੂੰ ਖਿੜੇ ਮੱਥੇ ਸਿਰ ਮੱਥੇ ਲਓ ਵੀ ਤੇ ਸਿਸਟਮ ਦੇ ਵਿੱਚ ਸੁਧਾਰ ਦੀ ਕੋਸ਼ਿਸ਼ ਕਰੋ। ਇਸ ਤਰੀਕੇ ਦੀਆਂ ਜਿਹੜੀਆਂ ਛੋਟੀਆਂ ਕਵਰ ਅਪ ਕਰਨ ਦੀਆਂ ਕੋਸ਼ਿਸ਼ਾਂ ਜੋ ਕਿ ਅੱਜ ਐਡੇ ਸੀਨੀਅਰ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਕਰਨੀ ਪੈ ਰਹੀ ਹੈ, ਹੁਣ ਇਹਦੇ ਪਿੱਛੇ ਕੀ ਵੱਡੀ ਰਾਜਨੀਤੀ ਹੈ ਇਹ ਤਾਂ ਖੈਰ ਮੇਰੀ ਵੀ ਸਮਝ ਤੋਂ ਪਰੇ ਹੈ। ਲੇਕਿਨ ਜੋ ਕੁਝ ਵੀ ਹੋ ਰਿਹਾ ਹੈ, ਜੇ ਕੁਝ ਲੋਕਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕੁਝ ਅਜਿਹੀ ਗੱਲਾਂ ਬਾਤਾਂ ਤੇ ਉੱਤੇ ਆਪਣੀ ਕਹਿੰਦੇ ਨੇ ਇੱਕ ਗਲਤੀ ਨੂੰ ਛੁਪਾਉਣ ਲਈ ਫਿਰ ਹੋਰ ਕਈ ਗਲਤੀਆਂ ਕਰਨੀਆਂ ਪੈਂਦੀਆਂ ਨੇ, ਇੱਕ ਝੂਠ ਨੂੰ ਛੁਪਾਉਣ ਲਈ ਫਿਰ ਹੋਰ ਕਈ ਝੂਠ ਬੋਲਣੇ ਪੈਂਦੇ ਨੇ। ਸੋ ਉਸ ਵਿਸ਼ੇਸ਼ ਸਰਕਲ ਦੇ ਵਿੱਚ ਸੱਤਾਧਾਰੀ ਧਿਰ ਤੇ ਸਰਕਾਰ ਨੂੰ ਜਾਣ ਦੀ 1 ਸਾਲ ਪਹਿਲਾਂ ਵੀ ਕੋਈ ਲੋੜ ਨਹੀਂ ਸੀ, ਅੱਜ ਵੀ ਕੋਈ ਲੋੜ ਨਹੀਂ। ਤੁਸੀਂ ਨਿਊਟਰਲੀ ਇੱਕ ਸਹੀ ਨੀਅਤ ਦੇ ਨਾਲ ਆਪਣਾ ਕੰਮ ਕਰੋ। ਜੇ ਨੀਅਤਾਂ ਸਾਫ਼ ਹੋਣਗੀਆਂ ਫਿਰ ਆਪੇ ਸਾਰਾ ਕੰਮ ਆਪਣੇ ਆਪ ਠੀਕ ਹੋ ਜਾਏਗਾ। ਜੇ ਨੀਅਤਾਂ ਸਾਫ਼ ਨਹੀਂ ਹੈਗੀਆਂ ਤੇ ਆਪਾਂ ਇਸ ਸਾਲ ਦੌਰਾਨ ਦੇਖਿਆ ਕਿ ਉਸ ਨੀਅਤ ਦੀ ਜਿਹੜੀ ਇਮਾਨਦਾਰੀ ਹੈ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਈ ਹੈ। ਹੁਣ ਇਸ ਨੂੰ ਭਾਵੇਂ ਤੁਸੀਂ ਇੱਕ ਸਿਆਸੀ ਸੋਚ ਤੋਂ ਪ੍ਰੇਰਿਤ ਰਿਪੋਰਟ ਮੰਨ ਲਓ ਜਾਂ ਇੱਕ ਮੇਰਾ ਨਜ਼ਰੀਆ ਮੰਨ ਲਓ, ਲੇਕਿਨ ਫੈਕਟ ਆਫ ਦਾ ਮੈਟਰ ਹੈ ਕਿ ਮੈਨੂੰ ਇਮਾਨਦਾਰੀ ਨਜ਼ਰ ਨਹੀਂ ਆਈ ਹੈ। ਸਰਕਾਰ ਨੇ, ਅਫਸਰਾਂ ਨੇ, ਇਨਵੈਸਟੀਗੇਟਰਸ ਨੇ ਜਿੱਥੇ ਜਿੱਥੇ ਵੀ ਸਹੀ ਕੰਮ ਕੀਤਾ ਹੈ ਉੱਥੇ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ। ਲੇਕਿਨ ਜਿਹੜੇ ਬਹੁਤ ਹੀ ਇੰਪੋਰਟੈਂਟ ਡਿਸੀਜਨ ਮੇਕਿੰਗ ਲੈਵਲ ਫੈਸਲੇ ਜਿਹੇ ਹੁੰਦੇ ਨੇ ਜਿਹੜੇ ਕਿ ਲੈਣੇ ਹੁੰਦੇ ਨੇ ਨਿਆਂ ਦੇ ਇਨਸਾਫ ਦੇ ਹਿੱਤ ਵਿੱਚ, ਜੇ ਉਹ ਫੈਸਲੇ ਨਾ ਲਏ ਜਾਣ ਤੇ ਕੁਝ ਲੋਕਾਂ ਦੇ ਬਹੁਤ ਹੀ ਸੌੜੇ ਮੁਫਾਦਾਂ ਕਰਕੇ, ਬਹੁਤ ਹੀ ਛੋਟੀ ਸੋਚ ਕਰਕੇ, ਜੋ ਕਿ ਮੁੱਖ ਮੰਤਰੀ ਦੇ ਆਪਣੇ ਸਲਾਹਕਾਰ ਵੀ ਹੋ ਸਕਦੇ ਨੇ, ਸੋ ਉਹਨਾਂ ਦੀ ਗੱਲਾਂ ਬਾਤਾਂ ਤੋਂ ਪ੍ਰੇਰਿਤ ਹੋ ਕੇ ਜੇ ਤੁਸੀਂ ਜੋ ਕੁਝ ਪਿਛਲੇ 1 ਸਾਲ ਦੇ ਵਿੱਚ ਕੀਤਾ ਤਾਂ ਫਿਰ ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਦੁਖਾਂਤ ਪੰਜਾਬ ਦਾ ਹੋ ਨਹੀਂ ਸਕਦਾ। ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਕਿਸੇ ਦਾ ਦਬਾਅ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਆਪਣੇ ਵਿਧਾਇਕਾਂ ਨੂੰ, ਜੇ ਤੁਸੀਂ ਆਪਣੇ ਮੰਤਰੀਆਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਡੱਕਣ ਦੇ ਵਿੱਚ ਕੁਝ ਨਹੀਂ ਲੋਦੇ, ਚਾਹੇ ਉਹਦੇ ਪਿੱਛੇ ਰੀਜ਼ਨ ਕੁਝ ਵੀ ਰਹੇ ਹੋਣ, ਲੇਕਿਨ ਤੁਸੀਂ ਉਹ ਕੰਮ ਕੀਤੇ ਨੇ, ਲੋਕਾਂ ਨੇ ਤੁਹਾਡੀ ਤਾਰੀਫ ਕੀਤੀ ਹੈ, ਅਸੀਂ ਵੀ ਤੁਹਾਡੀ ਤਾਰੀਫ ਕੀਤੀ ਹੈ। ਜੇ ਤੁਸੀਂ ਆਪਣੇ ਮੰਤਰੀ ਨੂੰ ਜੇਲ੍ਹ ਦੇ ਵਿੱਚ ਪਾਇਆ, ਉਹਦੇ ਉੱਤੇ ਸਵਾਲ ਚੁੱਕੇ, ਫਿਰ ਠੀਕ ਹੈ। ਜੇ ਤੁਸੀਂ ਅੱਗੇ ਲੌਜੀਕਲੀ ਗੱਲਬਾਤ ਨੂੰ ਅੱਗੇ ਨਹੀਂ ਜ਼ਿਆਦਾ ਅੱਗੇ ਤੋਰ ਪਾਏ, ਉਸ ਦੇ ਲਈ ਅਸੀਂ ਤੁਹਾਡਾ ਕ੍ਰਿਟਿਸਿਜ਼ਮ ਵੀ ਕੀਤਾ। ਲੇਕਿਨ ਐਟ ਦਾ ਐਂਡ ਆਫ ਦਾ ਡੇ ਤੁਹਾਨੂੰ ਇਹ ਚੀਜ਼ ਨੂੰ ਸਮਝਣਾ ਪੈਣਾ ਕਿ ਜਦੋਂ ਤੁਸੀਂ ਰਾਜ ਧਰਮ ਦਾ ਪਾਲਣ ਕਰਨਾ ਹੁੰਦਾ ਹੈ, ਮੁੱਖ ਮੰਤਰੀ ਦੇ ਅਹੁਦੇ ਤੇ ਬੈਠ ਕੇ ਸੱਤਾ ਦੇ ਵਿੱਚ ਕਾਬਜ਼ ਹੋ ਕੇ ਤੁਸੀਂ ਰਾਜ ਧਰਮ ਦਾ ਜਿਹੜਾ ਪਾਲਣ ਕਰਨਾ ਹੁੰਦਾ ਹੈ, ਅੱਜ ਉਹ ਰਾਜ ਧਰਮ ਦਾ ਪਾਲਣ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਇਸ ਘਟਨਾ ਦੇ ਸੰਦਰਭ ਦੇ ਵਿੱਚ ਵੀ ਮੈਂ ਗੱਲ ਕਰਦਾ ਪਿਆ ਹਾਂ, ਇੱਕ ਲਾਰਜਰ ਸਿਸਟਮ ਦੀ ਵੀ ਮੈਂ ਗੱਲ ਕਰਦਾ ਪਿਆ ਹਾਂ, ਕਿਉਂਕਿ ਇੱਕ ਘਟਨਾ ਮੇਰੇ ਲਈ ਇੰਪੋਰਟੈਂਟ ਨਹੀਂ ਹੈ, ਬਲਕਿ ਉਸ ਦੇ ਅੱਗੇ ਤੇ ਉਸ ਦੇ ਪਿੱਛੇ ਦੀ ਜਿਹੜੀਆਂ ਕੜੀਆਂ ਜੋੜਦਾ ਇੱਕ ਪੂਰਾ ਦਾ ਪੂਰਾ ਸਿਸਟਮ ਹੈ। ਤੁਸੀਂ ਦੇਖਿਆ ਆਪਾਂ ਆਪਣੀ ਰਿਪੋਰਟਸ ਦੇ ਵਿੱਚ ਜੇ ਇੱਕ ਕਿਸੇ ਕਤਲ ਕੇਸ ਦਾ ਵੀ ਜ਼ਿਕਰ ਕਰਦੇ ਹਾਂ, ਕਿਸੇ ਇੱਕ ਮੋਡਿਊਲ ਦਾ ਵੀ ਜ਼ਿਕਰ ਕਰਦੇ ਹਾਂ, ਕੋਈ ਅਜਿਹੀ ਘਟਨਾ ਦਾ ਵੀ ਜੇ ਚਰਚਾ ਹੋ ਰਹੀ ਹੁੰਦੀ ਹੈ ਤੇ ਇੱਕ ਪੂਰਾ ਦਾ ਪੂਰਾ ਸਿਸਟਮ ਪਰਖਿਆ ਜਾ ਰਿਹਾ ਹੁੰਦਾ, ਉਸ ਦੇ ਵਿੱਚ ਪਰਖ ਇੱਕ ਸਿਸਟਮ ਦੀ ਹੋ ਰਹੀ ਹੁੰਦੀ ਹੈ। ਹਰ ਬੰਦੇ ਦੀ ਭੂਮਿਕਾ, ਰੋਲ, ਉਹ ਸਾਰੀ ਚੀਜ਼ਾਂ ਨੂੰ ਆਪਾਂ ਵੇਨ ਕਰ ਰਹੇ ਹੁੰਦੇ ਹਾਂ, ਬੈਲੈਂਸ ਕਰ ਰਹੇ ਹੁੰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿਸ ਦੀ ਕੀ ਮਜਬੂਰੀਆਂ, ਕਮਜ਼ੋਰੀਆਂ ਜਾਂ ਫਿਰ ਕਿਸ ਦਾ ਕੀ ਚੰਗਾ ਮਾੜਾ ਕੰਮ। ਸੋ ਉਸੇ ਤਰੀਕੇ ਦੇ ਨਾਲ ਸਿਸਟਮ ਦੀ ਪਰਖ ਦਾ ਵੀ ਅੱਜ ਇੱਕ ਮੌਕਾ ਹੈ ਸਾਡੇ ਕੋਲ, ਅੱਜ ਕਿਉਂਕਿ 1 ਸਾਲ ਪੂਰਾ ਹੋਇਆ ਹੈ। ਸੋ ਅੱਜ ਮਨ ਦੇ ਵਿੱਚ ਇਹੀ ਗੱਲਾਂ ਬਾਤਾਂ ਸੀ ਜੋ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਸੀ। ਬਹੁਤ ਮਨ ਦੇ ਵਿੱਚ ਹੋਰ ਗੱਲਾਂ ਬਾਤਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸੀਆਂ ਰਿਪੋਰਟਸ ਆਉਣ ਵਾਲੀਆਂ ਨੇ। ਬਹੁਤ ਦਿਨਾਂ ਬਾਅਦ ਹੁਣ ਰਿਪੋਰਟਸ ਬਣ ਰਹੀਆਂ ਨੇ, ਲੇਕਿਨ ਅਗਲੀਆਂ 4-5 ਰਿਪੋਰਟਾਂ ਦੇ ਆਰ ਗੋਇੰਗ ਟੂ ਬੀ ਰੀਅਲੀ ਪੈਨੀਟ੍ਰੇਟਿਵ, ਇਨਸਾਈਟਫੁਲ ਤੇ ਆਈ ਐਮ ਸ਼ੋਰ ਕਿ ਅਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੋ ਕਿ ਅੱਜ ਤੱਕ ਤੁਸੀਂ ਸੁਣੀਆਂ ਨਹੀਂ ਹੋਣਗੀਆਂ, ਤੁਸੀਂ ਉਹਨਾਂ ਬਾਰੇ ਜਾਣਕਾਰੀ ਨਹੀਂ ਲਈ ਹੋਏਗੀ। ਸੋ ਇਸੇ ਗੱਲਬਾਤ ਨੂੰ ਕਰਦਿਆਂ ਹੋਇਆ ਮੈਂ ਤੁਹਾਡੇ ਤੋਂ ਅੱਜ ਲੈਣਾ ਇਜਾਜ਼ਤ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ ਫॉर ਬਲੈਸਿੰਗ ਮਾਈ ਚੈਨਲ ਰਿਤੇਸ਼ ਲੱਖੀ ਅਨਪਲੱਗਡ। ਇਸ ਨਾਲ ਜੁੜੇ ਰਹੋ। ਧੰਨਵਾਦ।